सारे प्रेस वाले साथियों का बहुत बहुत धन्यवाद ਜਿਹੜਾ ਸਾਡੇ ਪ੍ਰੋਗਰਾਮ ਨੂੰ ਲਗਾਤਾਰ ਲੋਕਾਂ ਤੱਕ ਲਿਜਾਣ ਦੇ ਲਈ ਵੱਡਾ ਯੋਗਦਾਨ ਪਾ ਰਹੇ ਆ। ਅਸੀਂ ਸੰਯੁਕਤ ਮੋਰਚੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅੱਜ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਅਸੀਂ ਕਈ ਪ੍ਰੋਗਰਾਮ ਐਲਾਨੇ ਆ। ਸਭ ਤੋਂ ਪਹਿਲਾਂ 15 ਮਾਰਚ ਨੂੰ ਡੀਜ਼ਲ ਪੈਟਰੋਲ ਗੈਸ ਜਿਹੜੀ ਅਸਮਾਨਾਂ ਨੂੰ ਛੂਹ ਰਹੀ ਹੈ, ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ। ਇਹਨਾਂ ਦੇ ਵਿਰੋਧ ਦੇ ਵਿੱਚ ਨਾਲ ਕਾਰਪੋਰੇਟ ਤੇ ਨਿੱਜੀਕਰਨ ਵਿਰੋਧੀ ਦਿਨ, ਖਾਸ ਕਰਕੇ ਜਿਹੜਾ ਰੇਲਵੇ ਦਾ ਨਿੱਜੀਕਰਨ ਹੋ ਰਿਹਾ, ਉਹ ਟ੍ਰੇਡ ਯੂਨੀਅਨਾਂ ਦੇ ਨਾਲ ਜਿਹੜੀਆਂ ਰੇਲਵੇ ਦੀਆਂ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰ ਰਹੇ ਹਾਂ। ਸਾਂਝਾ ਪ੍ਰੋਗਰਾਮ ਇਹ 15 ਤਰੀਕ ਨੂੰ ਅਸੀਂ ਕਰ ਰਹੇ ਹਾਂ। ਸਾਰੇ ਜਿਹੜੇ ਰੇਲਵੇ ਵਾਲੇ ਆ ਤੇ ਨਾਲ ਜਿਹੜੇ ਸਾਡੇ ਸੰਯੁਕਤ ਮੋਰਚੇ ਵਾਲੇ ਕਿਸਾਨ ਹੋਣਗੇ, ਉਹ ਰੇਲਵੇ ਸਟੇਸ਼ਨਾਂ ਤੇ ਜਾ ਕੇ ਉਹਨਾਂ ਨੂੰ ਬਣਾਇਆ ਹੋਇਆ ਵਿਰੋਧ ਕਰਨ ਦਾ, ਤੇ ਨਾਲ ਅਸੀਂ ਜਿਹੜੇ ਮੰਗ ਪੱਤਰ ਜਿੱਥੇ ਐਸਡੀਐਮ ਨੂੰ ਦਿੱਤਾ ਜਾਂਦਾ ਐਸਡੀਐਮ ਨੂੰ, ਤੇ ਜਿੱਥੇ ਡੀਸੀ ਨੂੰ ਦਿੱਤਾ ਜਾਂਦਾ ਡੀਸੀ ਨੂੰ, ਤੇ ਬਾਕੀ ਜੋ ਮੋਰਚੇ ਪੰਜਾਬ ਦੇ ਵਿੱਚ ਚੱਲ ਰਹੇ ਆ ਉਹਨਾਂ ਮੋਰਚਿਆਂ ਤੇ ਵੀ ਇਹ ਜਿਹੜਾ 15 ਮਾਰਚ ਹੈ ਡੀਜ਼ਲ ਗੈਸ ਪੈਟਰੋਲ ਤੇ ਨਿੱਜੀਕਰਨ ਦੇ ਵਿਰੁੱਧ ਇਹ ਦਿਨ ਅਸੀਂ ਮਨਾ ਰਹੇ ਹਾਂ। 17 ਮਾਰਚ ਨੂੰ ਸਾਂਝੀ ਇੱਕ ਮੀਟਿੰਗ ਅਸੀਂ ਸੱਦੀ ਹੈ, ਜਿਹਦੇ ਵਿੱਚ ਆਲ ਇੰਡੀਆ ਲੈਵਲ ਦੀਆਂ ਜਿਹੜੀਆਂ ਟ੍ਰੇਡ ਯੂਨੀਅਨਾਂ ਨਾਲ ਟਰੱਕ ਆਪਰੇਟਰ, ਬੱਸਾਂ ਵਾਲੇ, 17 ਤਰੀਕ ਨੂੰ ਆਲ ਇੰਡੀਆ ਲੈਵਲ ਦੀ ਟ੍ਰੇਡ ਯੂਨੀਅਨਾਂ ਦੀ ਮੀਟਿੰਗ ਬੁਲਾਈ ਆ ਅਸੀਂ। ਨਾਲ ਉਹਨਾਂ ਦੇ ਜਿਹੜੇ ਕਾਰਪੋਰੇਟ ਟਰਾਂਸਪੋਰਟਰ ਹੈ, ਟਰੱਕ ਆਪਰੇਟਰ ਹੈ, ਪੂਰੇ ਇੰਡੀਆ ਲੈਵਲ ਦੇ ਬੱਸਾਂ ਵਾਲੇ ਆ, ਉਹਨਾਂ ਨੂੰ ਵੀ ਅਸੀਂ ਸੱਦਾ ਦਿੱਤਾ ਤਾਂ ਕਿ ਅਸੀਂ ਭਾਰਤ ਬੰਦ ਕਰਨ ਦਾ ਫੈਸਲਾ ਲੈਣਾ ਹੈ। ਉਹ ਕਨਵੈਨਸ਼ਨ ਅਸੀਂ ਸਿੰਘੂ ਬਾਰਡਰ ਤੇ ਕਰਾਂਗੇ 17 ਤਰੀਕ ਨੂੰ। ਸਾਰਿਆਂ ਨੂੰ ਕੋਈ ਵੀ ਜਥੇਬੰਦੀ ਬਾਹਰ ਨਹੀਂ ਰਹੂਗੀ ਉਹਦੇ ਵਿੱਚੋਂ। ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਸਿਰਫ ਤੇ ਸਿਰਫ ਕਿਸਾਨ ਮੋਰਚਾ ਨਾ ਰਹਿ ਕੇ ਇਹ ਜਨ ਮੋਰਚਾ ਬਣ ਚੁੱਕਿਆ, ਜਨ ਅੰਦੋਲਨ ਬਣ ਚੁੱਕਿਆ। ਇਸ ਲਈ ਅਸੀਂ ਸਾਰੇ ਉਹ ਜਨ ਅੰਦੋਲਨ ਨੂੰ ਇਹਦੇ ਵਿੱਚ ਸ਼ਾਮਲ ਕਰਨ ਦੇ ਲਈ ਇਹ ਮੀਟਿੰਗ ਅਸੀਂ ਬੁਲਾਈ ਹੈ 17 ਤਰੀਕ। ਚਲੋ, ਇਹਦੀ ਡੇਟ ਜਿਹੜਾ ਭਾਰਤ ਬੰਦ ਕਰਨਾ ਅਸੀਂ ਉਹਦੀ 26 ਤਰੀਕ ਅਸੀਂ ਤੈਅ ਕੀਤੀ ਹੈ। ਉਹਨਾਂ ਦੂਸਰਿਆਂ ਨੂੰ ਸ਼ਾਮਲ ਕਰ ਲਾਂਗੇ। 26 ਤਰੀਕ ਅਸੀਂ ਇਸ ਲਈ ਤੈਅ ਕੀਤੀ ਹੈ ਕਿ 26 ਤਰੀਕ ਨੂੰ ਦਿੱਲੀ ਦੇ ਬਾਰਡਰਾਂ ਤੇ ਆਇਆ ਨੂੰ ਸਾਨੂੰ ਪੂਰੇ 4 ਮਹੀਨੇ ਹੋ ਜਾਣਗੇ। ਉਹ 4 ਮਹੀਨੇ ਵਾਲਾ ਦਿਨ ਹੈ ਜਿਹੜਾ, ਉਸ ਦਿਨ ਤੇ ਭਾਰਤ ਬੰਦ ਦੀ ਕਾਲ ਦਿੱਤੀ ਹੈ। ਮੁਕੰਮਲ ਬੰਦ ਹੋਊਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਵੀ ਨਹੀਂ ਚੱਲੂਗਾ, ਨਾ ਸੜਕਾਂ ਤੇ ਚੱਲੂਗਾ, ਨਾ ਰੇਲਵੇ ਟਰੈਕ ਤੇ ਚੱਲੂਗਾ, ਨਾ ਕੋਈ ਇਹੋ ਜਿਹਾ ਅਦਾਰਾ ਜਿਹੜਾ ਖੁੱਲਾ ਰਹੂਗਾ। ਮੁਕੰਮਲ ਬੰਦ ਹੋਊਗਾ, ਸ਼ਾਂਤਮਈ ਹੋਊਗਾ ਜਿਹੜਾ 26 ਤਰੀਕ ਦਾ। ਉਦੋਂ ਅੱਗੇ 19 ਮਾਰਚ ਨੂੰ ਅਸੀਂ ਮੰਡੀ ਬਚਾਓ, ਖੇਤੀ ਬਚਾਓ ਤੇ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ, ਜਿਹੜਾ ਪੰਜਾਬ ਦੇ ਵਿੱਚ ਇੱਕ ਮੁਜ਼ਾਹਰਾ ਲਹਿਰ ਚੱਲੀ, ਅੱਗੇ ਪਿੰਡ ਕਿਸ਼ਨਗੜ੍ਹ ਦੇ ਵਿੱਚ ਉਹ ਮੁਜ਼ਾਹਰਾ ਲਹਿਰ ਦਾ ਅਸੀਂ ਦਿਨ ਮਨਾਉਂਦੇ ਆ। ਉਹ ਵੀ ਅਸੀਂ ਫੈਸਲਾ ਕੀਤਾ ਕਿ ਐਤਕੀ ਬਾਰਡਰਾਂ ਦੇ ਉੱਪਰ ਹੀ ਮੁਜ਼ਾਹਰਾ ਲਹਿਰ ਦਾ ਜਿਹੜਾ ਦਿਨ ਆ ਉਹ ਮਨਾਇਆ ਜਾਊਗਾ। ਮੰਡੀ ਬਚਾਓ ਦੇ ਨਾਲ ਜਿਹੜਾ ਹੁਣੇ ਇਹਨਾਂ ਨੇ ਫੈਸਲਾ ਲਿਆ FCI ਨੇ ਕਿ ਜਿਹੜੇ ਕਿਸਾਨ ਦੇ ਕੋਲੇ ਮਾਲਕੀ ਜ਼ਮੀਨ ਦੇ ਕਾਗਜ਼ ਹੋਣਗੇ ਉਹਨਾਂ ਤੋਂ ਹੀ ਅੱਗੇ ਕਣਕ ਦੀ ਖਰੀਦ ਕੀਤੀ ਜਾਊਗੀ। ਜਿਨ੍ਹਾਂ ਕੋਲੇ ਨਹੀਂ ਹੋਣਗੇ ਉਹ ਕਾਗਜ਼ਾਤ, ਜਮ੍ਹਾਂਬੰਦੀ ਨਹੀਂ ਹੋਊਗੀ, ਗਿਰਦਾਵਰੀਆਂ ਨਹੀਂ ਹੋਣਗੀਆਂ, ਉਹਨਾਂ ਦੀ ਫਸਲ ਨਹੀਂ ਖਰੀਦੀ ਜਾਊਗੀ। ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਤਿੰਨੇ ਕਾਲੇ ਕਾਨੂੰਨ ਬਣਾਏ ਆ, ਇਹਨਾਂ ਕਾਨੂੰਨਾਂ ਦਾ ਹੀ ਹਿੱਸਾ ਹੈ ਕਿ ਕਿਹੜੇ ਢੰਗ ਨਾਲ ਉਹ ਕਣਕ ਦੀ ਖਰੀਦ ਤੋਂ ਪਿੱਛੇ ਹਟਣਾ ਹੈ। ਪੰਜਾਬ ਦੇ ਵਿੱਚ ਬਹੁਤ ਸਾਰੇ, ਹਰਿਆਣੇ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹੈ ਜਿਹੜੇ ਜ਼ਮੀਨਾਂ ਦੇ ਮਾਲਕ ਨਹੀਂ, ਠੇਕੇ ਉੱਪਰ ਲੈ ਕੇ ਉਹ ਖੇਤੀ ਕਰਦੇ ਆ, ਤੇ ਉਹ ਜਿਹੜੇ ਠੇਕੇ ਵਾਲੇ ਲੋਕ ਨੇ ਉਹ ਮਤਲਬ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਦੀਆਂ ਜ਼ਮੀਨਾਂ ਤੇ ਖੇਤੀ ਅਸੀਂ ਕਰਦੇ ਆ। ਇਹਦਾ ਮਤਲਬ ਇਹ ਹੋਊਗਾ ਕਿ ਸਾਡੇ ਪਾਸ ਉਹ ਕਾਗਜ਼ਾਤ ਨਹੀਂ ਹੋਣਗੇ ਤੇ ਸਾਡੀ ਜਿਹੜੀ ਫਸਲ ਹੈ ਉਹ ਨਹੀਂ ਮਤਲਬ ਖਰੀਦੀ ਜਾਊਗੀ। ਇਹ ਵੀ ਇਸ ਕਰਕੇ ਅਸੀਂ ਜਿਹੜਾ ਇਹ ਖੇਤੀ ਬਚਾਓ, ਮੰਡੀ ਬਚਾਓ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਦਾ 19 ਮਾਰਚ ਉਹਨਾਂ ਨੂੰ ਅਸੀਂ ਸਮਰਪਿਤ ਕੀਤਾ। 19 ਮਾਰਚ ਨੂੰ ਜਿਹੜਾ ਮੈਂ ਪਹਿਲਾਂ ਬੋਲ ਚੁੱਕਿਆ
कि उस ढंग दे नाल असीं एसडीएम ਨੂੰ ਮੰਗ ਪੱਤਰ ਦੇ ਕੇ ਤੇ ਇੱਥੇ ਜਿਹੜਾ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਇਹ ਦਿਨ ਮਨਾਵਾਂਗੇ। 23 ਮਾਰਚ ਨੂੰ ਅਸੀਂ ਸਾਰੇ ਜਾਣਦੇ ਹਾਂ ਸ਼ਹੀਦ ਆਜਮ ਭਗਤ ਸਿੰਘ ਜਿਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਦੇ ਵਿਰੋਧ ਦੇ ਵਿੱਚ ਕਾਰਪੋਰੇਟਾਂ ਨੂੰ ਭਜਾਓ ਤੇ ਦੇਸ਼ ਨੂੰ ਆਜ਼ਾਦ ਕਰਾਓ, ਅੰਗਰੇਜ਼ਾਂ ਨੂੰ ਭਜਾਓ ਦਾ ਸੱਦਾ ਦਿੱਤਾ ਔਰ ਉਹਨਾਂ ਨੇ ਫਾਂਸੀ ਦਾ ਰੱਸਾ ਜਿਹੜਾ ਚੁੰਮਿਆ। ਉਸ ਦਿਨ ਤੇ ਰਾਜਗੁਰੂ ਸੁਖਦੇਵ ਸਰਦਾਰ ਭਗਤ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ, ਉਹ ਵੀ ਬਾਰਡਰਾਂ ਦੇ ਉੱਪਰ ਹੀ ਮਨਾਉਣ ਦਾ ਫੈਸਲਾ ਕੀਤਾ। ਅਸੀਂ ਸੱਦਾ ਦੇਵਾਂਗੇ ਸਾਰੇ ਹਰਿਆਣੇ ਦੇ, ਭਾਰਤ ਦੇ, ਪੰਜਾਬ ਦੇ ਜਿਹੜੇ ਨੌਜਵਾਨ ਆ ਕਿ ਉਹ ਯੂਥ ਸਾਰੇ ਦਾ ਸਾਰਾ ਉਹੀ ਪੱਗ ਜੋ ਭਗਤ ਸਿੰਘ ਦੇ ਬੰਨੀ ਸੀ ਉਹ ਪੱਗਾਂ ਬੰਨ੍ਹ ਕੇ ਦਿੱਲੀ ਵੱਲ ਨੂੰ ਵੀਰਾਂ ਕੱਤਣ ਤੇ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਇਹਨਾਂ ਬਾਰਡਰਾਂ ਦੇ ਉੱਪਰ ਹੀ ਮਨਾਇਆ ਜਾਵੇ। ਉਸ ਤੋਂ ਅੱਗੇ ਹੋਲੇ ਮਹੱਲੇ ਦਾ ਸੀ ਇੱਕ ਏਜੰਡਾ ਸਾਡੇ ਕੋਲੇ ਆਇਆ। ਪੰਜਾਬ ਦੀਆਂ 32 ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਅਸੀਂ ਉਹ ਜਿਹੜਾ ਫੈਸਲਾ ਕਰਾਂਗੇ। ਅੱਜ ਦੀ ਮੀਟਿੰਗ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਹੈ ਇਹਨਾਂ ਦਾ ਅਸੀਂ ਐਲਾਨ ਕਰਦੇ ਹਾਂ ਤੇ ਨਾਲ ਜਿਹੜਾ ਮੋਰਚਾ ਸਾਡਾ ਚੱਲ ਰਿਹਾ ਹੈ ਜਿਉਂ ਦੀ ਤਿਉਂ ਚੱਲੂਗਾ। ਬੇਸ਼ੱਕ ਉਹ ਹਾੜੀ ਦਾ ਸੀਜ਼ਨ ਹੋਵੇ, ਬੇਸ਼ੱਕ ਉਹ ਗਰਮੀ ਦਾ ਸੀਜ਼ਨ ਹੋਵੇ, ਅਸੀਂ ਪੂਰੀ ਉਹਦੀ ਬਿਉਂਤਬੰਦੀ ਕਰ ਲਈ ਹੈ ਤੇ ਨਾਲ ਜੋ 5 ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ ਉਹਨਾਂ ਚੋਣਾਂ ਦੇ ਵਿੱਚ ਜੋ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਕਿ ਬੀਜੇਪੀ ਨੂੰ ਸਬਕ ਸਿਖਾਓ, ਉਹ ਸਾਡੇ ਸੰਯੁਕਤ ਮੋਰਚੇ ਦੇ ਜਿਹੜੇ ਲੀਡਰ ਸਾਹਿਬਾਨ ਹੈ ਉਹ ਵੱਖ-ਵੱਖ ਸਟੇਟਾਂ ਦੇ ਵਿੱਚ ਰਵਾਨਾ ਹੋ ਚੁੱਕੇ ਆ। ਉਹ ਪ੍ਰਚਾਰ ਆਪਦਾ ਚੋਣਾਂ ਦਾ ਕਰਨਗੇ, ਅਸੀਂ ਪ੍ਰਚਾਰ ਸਾਡਾ ਸੰਯੁਕਤ ਮੋਰਚੇ ਦਾ ਉਹਨਾਂ ਕਿਸਾਨਾਂ ਤੱਕ ਲੈ ਕੇ ਜਾਵਾਂਗੇ ਕਿ ਇਹ ਕਿਸਾਨਾਂ ਨੂੰ ਕਿਵੇਂ ਗਮਰਾਹ ਕਰ ਰਹੇ ਆ, ਕਿਵੇਂ ਜ਼ਮੀਨਾਂ ਹਥਿਆ ਰਹੇ ਆ, ਕਿਵੇਂ ਖੇਤੀ ਖੋਹ ਰਹੇ ਆ ਤੇ ਕਿਵੇਂ ਹਰਾਸਮੈਂਟ ਕਿਸਾਨਾਂ ਦੀ ਹੋ ਰਹੀ ਹੈ ਤੇ ਨਾਲ ਰਿਪਰੈਸ਼ਨ ਹੈ ਜਿਹੜਾ ਝੂਠੇ ਕੇਸ ਬਣਾ ਕੇ ਇਰਾਦਾ ਕਤਲ ਦੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਤੇ ਉਹ ਰਿਪਰੈਸ਼ਨ ਹੈ ਜਿਹੜਾ ਉਹ ਵੀ ਅਸੀਂ ਸਾਰੇ ਭਾਰਤ ਦੇ ਵਿੱਚੋਂ 5 ਸਟੇਟਾਂ ਦੇ ਵਿੱਚ ਲੈ ਕੇ ਜਾਵਾਂਗੇ। ਇਹਦਾ ਜਿਹੜਾ ਚਿਹਰਾ ਹੈ ਬੀਜੇਪੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਉਹ ਅਸੀਂ ਲੋਕਾਂ ਦੇ ਵਿੱਚ ਜਾ ਕੇ ਆਪਣੀਆਂ ਸਟੇਜਾਂ ਤੋਂ ਕਿਸੇ ਦੀ ਪਾਰਟੀ ਦੀ ਸਪੋਰਟ ਦੇ ਵਿੱਚ ਨਹੀਂ ਜਾਵਾਂਗੇ, ਕਿਸੇ ਨੂੰ ਵੋਟ ਦੇਣ ਨੂੰ ਨਹੀਂ ਕਹਾਂਗੇ, ਸਿਰਫ ਇੱਕੋ ਹੀ ਗੱਲ ਕਹਾਂਗੇ ਕਿ ਕਿਸਾਨ ਵਿਰੋਧੀ ਜਿਹੜੀ ਬੀਜੇਪੀ ਹੈ ਇਹਨੂੰ ਸਬਕ ਸਿਖਾਓ। ਅੱਜ ਦੀ ਮੀਟਿੰਗ ਦੀ ਸਾਡੇ ਇਹ ਪ੍ਰੋਗਰਾਮ। सर, मैं भारत बंद और जो कैलेंडर है उसको जरा हिंदी में या अंग्रेजी में 15 मार्च को ट्रेड यूनियंस के साथ पिछले प्रेस कॉन्फ्रेंस में ही एक प्रोग्राम डिक्लेयर किया गया था कि एंटी कॉर्पोरेटाइजेशन, एंटी प्राइवेटाइजेशन दिन बना के उसके प्रतिरोध में वो दिन मनाया जाएगा। तो डीजल और पेट्रोल के बढ़ते हुए दाम को भी उस दिन स्पेसिफिकली हाईलाइट करते हुए 15 मार्च के कार्यक्रम होंगे। क्या कार्यक्रम है? रेलवे स्टेशंस के बाहर जो ट्रेड यूनियंस वालों के धरने जो प्लान्ड है उसके साथ साथ हम भी खड़े होंगे, किसान यूनियंस। वो प्रोग्राम ऑलरेडी अनाउंस हो चुका है। डेमोन्स्ट्रेशंस मेनली धरने होंगे। SDMDC को ज्ञापन दे दिया जाएगा और 19 तारीख को 2 अलग अलग इश्यूज बट इंटरकनेक्टेड इश्यूज उसको लेके 19 का दिन मार्क किया जाएगा। एक है खेती बचाओ मंडी बचाओ, जो खास करके FCI के ऊपर जो वीकनिंग वाला अटैक हो रहा है और पंजाब में और बाकी राज्यों में भी, हरियाणा में पिछले साल शुरू हुआ था पंजीकरण कराना। दिस इज डायरेक्टली रिलेटेड टू लैंडलेस टेनेंट्स को क्या खतरे हैं आगे जाके प्रोक्योरमेंट रेजिम में, वो हाईलाइट करते हुए मुजारा लहर का शहादत जो हुआ था उसी दिन, ये दोनों दे आर कनेक्टेड, वो हाईलाइट करते हुए 19 तारीख को मंडियों के पास भी धरने वो सब होंगे और ये देश भर में होगा। और उसके बाद 23 को जो शहीद दिवस है, उस शहीद दिवस में जैसे आपने पिछले दिनों में देखा KMP ब्लॉकेट के लिए रिस्पांस देखा, जब महिला दिवस का हमने ये कॉल दिया था कि महिलाएं आए
ये मोर्चों के प्रोटेस्ट साइट्स पे आपने देखा हजारों की संख्या में कैसे आए हैं। ऐसे ही शहीद दिवस पे हमारा कॉल है कि देश के युवा ये प्रोटेस्ट साइट्स पे पहुंचे। वो है 23 तारीख का, और 26 तारीख को ऑल ओवर इंडिया, वो हाँ शहीद दिवस तो ऑल ओवर इंडिया होगा, जैसे 19 का भी ऑल ओवर इंडिया है। 26 को है भारत बंद सुबह से शाम तक, और उस भारत बंद का प्रिपरेशन में हम 27 मार्च को एक इंटरनल मीटिंग भी करेंगे। कई सारे 17 मार्च को अलग अलग यूनियंस के साथ, ट्रांसपोर्टर्स एसोसिएशंस के साथ, अलग अलग लोगों के साथ, और 28 को होली के दिन ये 3 कानून को जलाया जाएगा। ये है कार्यक्रम। मैं वहां से माइक घुमाऊं प्रधान जी। साथियों, हमने बहुत विस्तार से मूल्यांकन किया कि आंदोलन की क्या स्थिति है। हम समझते हैं कि आंदोलन का किसानों का गुस्सा इन सवालों पर बढ़ रहा है। ये बात कही जाती है कि धरनों पे संख्या कम है, जो स्थिति काम की बढ़ रही है उसमें ऐसा दिख सकता है, लेकिन धीरे धीरे कई सारे कार्यक्रमों में, खासतौर से 23 तारीख को इन धरनों की संख्या बहुत तेजी से बढ़ेगी। मैं उत्तर प्रदेश से आपको बता दूं कि लगातार एक ट्रैक्टर यात्रा जो है तराई के इलाके में चल रही है। बहुत बड़ी बड़ी जनसभाएं और महापंचायतें उत्तर प्रदेश में हो रही हैं जो नहीं हो रही थी। लखनऊ के अंदर एक पक्का मोर्चा लगातार बैठा हुआ है, काकोरी के अंदर, पूर्वी उत्तर प्रदेश के अंदर बड़ी बड़ी महासभाएं हो रही हैं, इलाहाबाद में हुई, आज बलिया में हुई है। तो इस तरह से ये आंदोलन पूरे उत्तर प्रदेश के अंदर फैल रहा है, इस इलाके में जहां पर बहुत दमन था और आंदोलन के बढ़ने की स्थिति नहीं थी। ये बात प्रतिबद्धता के साथ हम कह सकते हैं कि किसानों का गुस्सा तीनों कानून को वापस कराने, बिजली बिल का सवाल तेजी से बढ़ा है पेट्रोल डीजल रसोई गैस के साथ, और टोल का जो वसूली ज्यादा तेजी से की जा रही है, दुगना रेट ले लिया जाता है और ऑटोमेटिकली फास्टैग से कट जाता है। ये एक सवाल हमारे प्रचार का बड़ा सवाल होगा और हम देश भर में टोल फ्री करने की तरफ बढ़ेंगे। पंद्रह मार्च को डीजल और पेट्रोल के खिलाफ जो बढ़ती महंगाई, वीरेंद्र सिंह हुड्डा, राष्ट्रीय अध्यक्ष टोल हटाओ संघर्ष समिति, वे राष्ट्रीय महासचिव भारतीय किसान यूनियन केएस। तो मेरे प्रेस के भाइयों, 15 मार्च को डीजल पेट्रोल के खिलाफ जो है बढ़ती महंगाई और गैस के खिलाफ हम जो जितने ट्रेड यूनियन है उनके साथ हम कार्यक्रम में हिस्सा लेंगे, संयुक्त किसान मोर्चा। और 17 मार्च को हमारी सांझ एक मीटिंग होगी यहाँ ट्रेड यूनियन और व्यापार मंडल के साथ, और 19 मार्च को खेती बचाओ और मंडी बचाओ अभियान। 26 मार्च को भारत बंद चक्का जाम होगा और सभी ट्रेड यूनियन दुकानें सब बंद होंगी। हुड्डा साहब, आज अविश्वास प्रस्ताव लेके आई थी कांग्रेस, लेकिन वो गिर गया। सॉरी, आज के प्रेस कॉन्फ्रेंस में डॉक्टर सुनीलम जी है, किसान संघर्ष समिति मध्य प्रदेश से। मैं माफी चाहती हूँ, आपको इंट्रोड्यूस नहीं किया उस टाइम में, सॉरी। सर, आज का जो मेजर घटनाक्रम है, खट्टर सरकार के खिलाफ जो अविश्वास प्रस्ताव आया था वो गिर गया सर, वो गिर गया। आप लोगों ने अपील की थी विधायकों से, बीजेपी जेजेपी के, उस पर एक रिएक्शन दे दीजिए। और दावा किया जा रहा था कि जब सरकार के खिलाफ ऐसा मत आएगा तो सरकार डेफिनेटली गिर जाएगी। साथियों, मैं विकास ईश्वर, भारतीय किसान संघ समिति हरियाणा का प्रदेश का अध्यक्ष। आज हरियाणा के अंदर बड़ी घटना घटी, जो अविश्वास प्रस्ताव लाया गया था वो गिरा है। और कल हरियाणा के अंदर एक प्रोग्राम था कि हमने गांव-गांव जाकर किसान और मजदूर ने सभी एमएलए से एक वोट की मांग की थी कि किसान के पक्ष में आप वोट करें, लेकिन उन लोगों ने किसान के पक्ष में वोट नहीं करे, केवल मात्र 32 वोट किसान के पक्ष में आए हैं। अभी जो है हरियाणा के संगठनों की तरफ से, हरियाणा के किसानों की तरफ से, एक तो मैं निंदा करना चाहूंगा जो साथी किसान की इस दुख की घड़ी में हमारे साथ नहीं खड़े हुए, और दूसरा अभी विचार करेगा हरियाणा के किसान संगठन और मजदूर संगठन विचार करेंगे जो साथी हमारे खिलाफ गए हैं उन साथियों के साथ कैसा बर्ताव हमने करना है, किस प्रकार का
बहिष्कार हमने करना है, लेकिन इतना जरूर कहना चाहूंगा कि उनके साथ हम कठोर व्यवहार करने वाले हैं, क्योंकि हमने बिल्कुल झोली फैला करके उनसे वोट मांगे थे। उसके बावजूद भी अगर हमारे साथ नहीं खड़े हो, पहली बार किसान मजदूर ने उनसे वोट मांगे थे, लेकिन उनकी संवेदना लगता है मुझे किसान के प्रति, मजदूर के प्रति बिल्कुल नष्ट हो चुकी है। और ये कहना चाहूंगा कि किसान और मजदूर इस बात का ध्यान रखें, जो साथी हमारे खिलाफ में थे, कम से कम गांव के अंदर वो लोग अभी न घुस पाए। इसके अलावा एक बड़ी घटना हरियाणा के अंदर घटी, गांव सिवाया के अंदर संयुक्त किसान मोर्चे का आह्वान के ऊपर वहां के एक जो जुलाना से जो एमएलए हैं मस्जिद ढांडा, उनका विरोध करते हुए कुछ साथियों का लड़ाई झगड़ा वहां हुआ, और उसमें कुछ किसान साथियों को, लगभग 6 किसान साथी हैं शिवा गांव के, उनके ऊपर 307 की धारा लगा करके नाजायज तरीके से मुकदमे दर्ज कर दिए। मैं आपके माध्यम से कहना चाहूंगा, हम उन सभी किसान साथियों के साथ खड़े हैं जो भी संयुक्त किसान मोर्चे के आह्वान पर किसी भी प्रोग्राम के अंदर भाग लेता है। और मैं सरकार को, हरियाणा सरकार को कहना चाहूंगा कि सरकार इस किसान आंदोलन को दबाने की, कुचलने की कोशिश ना करे। जितना आप आंदोलन को दबाएंगे उतना ही मुखर ये आंदोलन होने वाला है, और आगे जो भी हरियाणा के अंदर होगा वो आप लोग देखेंगे। बहुत दुखी है आज किसान, 281 किसान हमारे मर चुके हैं, उसके बावजूद भी ना तो एक शब्द बोल रहे हो, ना ही वो वोट भी नहीं दे सकते। कुछ किसान, जो कुछ एमएलए ये कह रहे थे कि हम इस्तीफा भी दे देंगे, लेकिन ये इस्तीफे की बात नहीं थी, केवल वोट की बात थी। वो जो छुपे हुए मुखौटा डाले हुए एमएलए थे, जो किसान और मजदूर को गुमराह कर रहे थे, इस अविश्वास प्रस्ताव के माध्यम से सारे किसान और मजदूर के सामने आके उनका घटना के बाद बीजेपी को कितना बल मिला है, क्योंकि किसान संगठन और विरोधी लगातार कह रहे थे कि सरकार गिर जाएगी, बीजेपी को पहला झटका हरियाणा से मिलेगा, तो अब बल तो मिलेगा ना कहीं ना कहीं बीजेपी की। देखिए, कोई बल नहीं मिल रहा, हमें वैसे भी हमें कोई उम्मीद नहीं है बीजेपी के नेताओं से किसी, क्योंकि जो एक शब्द बोलने के लिए तैयार नहीं, वो वोट भी नहीं गिर सकता। लेकिन हमने नैतिकता दिखाई, उनसे हमारे बार वोट लिए, लाखों बार हमने वोट दिया उनको, लाखों वोट देके एमएलए बनाया, और वो वोट गिरने का अधिकार भी किसान और मजदूर ने दिया। उसके बावजूद भी हमने नैतिकता के आधार पर उनसे वोट की मांग की थी। वो अगर वोट वो नहीं देते तो उनकी नैतिकता के आधार पर उनको, वैसे भी ये लोकतंत्र नाम की चीज बची नहीं, नैतिकता के आधार पर वैसे भी वो हमें तो मारी ओढ़ के तो एमएलए रहे, कोई मजबूती नहीं। आपने कहा कि आपने गोली फैलाकर उनसे बात की कि हमें वोट दो, तो उन्होंने आपकी बात नहीं मानी। क्या किसान जत्थेबंदियों की हार माना जाए इसे? बिल्कुल भी हार नहीं है किसान जत्थेबंदियों की, क्योंकि किसान जो है लगातार इस लड़ाई को लड़ेगा। और आने वाले समय में आप हरियाणा के अंदर देखोगे, पहले भी आपने देखा कि किसी एमएलए, किसी मंत्री, किसी मुख्यमंत्री की गांव के अंदर घुसने की जरूरत नहीं होती, और जो भी कोई मंत्री एमएलए घर से बाहर निकला है तो पुलिस फोर्स को लेकर निकलता है। किसान जत्थेबंदियां पूरी मजबूती के साथ लड़ रही हैं, विशेषकर हरियाणा में। और जो भी जेजेपी और बीजेपी का विधायक, जो अब कुछ विधायकों के हमें उम्मीद थी कि वो शायद इस्तीफा देंगे या वोट देंगे, लेकिन वो भी सामने आ गए। अब और दुगनी तिगनी मजबूती के साथ ये आंदोलन हरियाणा के अंदर होने वाला है, क्योंकि सरकार दबाव में नहीं है, ये पता लग रहा है इससे। हाँ जी, सरकार दबाव में देखो, सरकार नहीं है, तो सरकार नहीं है, सरकार थोड़ी है। ये तो लोकतंत्र की बिल्कुल, यहाँ तो हत्या हो चुकी है। सरकार होती तो ये 307 के मुकदमे बनते क्या घर बैठे हैं। सरकार नहीं है, लेकिन ये मैं कहना चाहूंगा कि सरकार नाम की चीज नहीं है, संविधान नाम की चीज नहीं है। किसान अपनी लड़ाई को मजबूती के साथ लड़ेगा, और हरियाणा में 4 गुना मजबूती के साथ किसान अब कल से इस लड़ाई को 4 गुना मजबूती के साथ लड़ेगा। बूटा सिंह जी, किस आधार ते किस थोड़ा ਜਿਹਾ ਜੋ ਇਹਨਾਂ ਨੇ ਸਵਾਲ ਕਰਿਆ ਨਾ, ਦੇਖੋ ਇਸੇ ਨਾਲ ਹੀ ਜੁੜਿਆ ਸਵਾਲ ਆ ਜੀ, ਇਸੇ ਨਾਲ ਹੀ ਜੁੜਿਆ। ਜੋ ਕਿਸਾਨ ਆਗੂ ਲਗਾਤਾਰ ਦਾਅਵਾ ਕਰ ਰਹੇ ਸੀ ਪਿਛਲੇ ਲੰਬੇ ਸਮੇਂ ਤੋਂ ਕਿ ਜੇਕਰ ਅਜਿਹਾ ਕੋਈ ਵਿਸ਼ਵਾਸ ਮਤ ਹੁੰਦਾ ਹੈਗਾ ਤਾਂ ਸਰਕਾਰ ਟੈਕਸ ਨਹੀਂ ਦੇਗੀ, ਉਹਦੇ ਪਿੱਛੇ ਆਧਾਰ ਕੀ ਸੀ, ਉਹਦੇ ਪਿੱਛੇ ਜ਼ਮੀਨੀ ਹਕੀਕਤ ਸੀ ਕੀ ਸੀਗੀ ਕਿ ਜਿਹੜੀ ਅੱਜ ਜਾ ਕੇ ਮਿੱਟੀ ਵਿੱਚ ਰੁਲ ਗਈ। ਤੁਹਾਨੂੰ ਕੋਈ ਸੰਕੇਤ, ਤੁਹਾਡਾ ਕੋਈ ਵਿਸ਼ਵਾਸ ਤਾਂ ਹੋਵੇ ਨਾ, ਜਿਹੜਾ ਇਹਨਾਂ ਕੌਨਫੀਡੈਂਟ ਤੁਸੀਂ ਕਹਿ ਰਹੇ ਸੀ ਕਿ ਵਾਰਨਾ ਸਰਕਾਰ ਡਿੱਗੇਗੀ ਕੋਈ ਨਹੀਂ ਹੈਗਾ, ਉਹ ਕਿਸ ਆਧਾਰ ਤੇ ਕਹਿ ਰਹੇ ਸੀ? ਹਵਾ ਹਵਾਈ ਗੱਲਾਂ ਸੀ, ਧਰਾਤਲ ਨਹੀਂ ਪਛਾਣੀ ਗਈ ਸੀ ਤੁਹਾਡੇ ਤੋਂ? ਦੇਖੋ, ਸਾਡਾ ਕੰਮ ਹੁੰਦਾ ਅਸਲ ਦੇ ਵਿੱਚ ਆਪਣਾ ਪ੍ਰਚਾਰ ਲੈ ਕੇ ਜਾਣਾ। ਹੁਣ ਸਵਾਲ ਜੁੜ ਜੂਗਾ ਜਾ ਕੇ 5 ਸਟੇਟਾਂ ਦੇ ਨਾਲ, ਅਗਰ ਉੱਥੇ ਬੀਜੇਪੀ ਜਿੱਤ ਜਾਂਦੀ ਹੈ ਤਾਂ ਤੁਸੀਂ ਫੇਰ ਇਹ ਸਵਾਲ ਕਰਨਾ ਕਿ ਕਿਸਾਨ ਸੰਯੁਕਤ ਮੋਰਚੇ ਦੀ ਹਾਰ ਹੋਊਗੀ। ਸਵਾਲ ਹਾਰ ਦਾ ਨਹੀਂ ਹੈ, ਸਵਾਲ ਉਹਨਾਂ ਦੇ ਵਿਰੋਧ ਦੇ ਵਿੱਚ ਲੋਕਾਂ ਨੂੰ ਗੱਲ ਕਹਿਣ ਦਾ, ਆਪਣੇ ਮੋਰਚੇ ਦੇ ਨਾਲ ਜੋੜਨ ਦਾ।
ਇਹੀ ਹਰਿਆਣੇ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਸ਼ੁਰੂ ਹੋਇਆ ਸੀ, ਜੇ ਹਰਿਆਣੇ ਦੇ ਵਿੱਚ ਐਡਵਾਂਸ ਸ਼ੁਰੂ ਹੋਇਆ ਹੁੰਦਾ ਤਾਂ ਗਿਰ ਜਾਂਦੀ। ਵੱਡੀਆਂ ਰੈਲੀਆਂ ਜਿਹੜੀਆਂ ਆਰਗੇਨਾਈਜ਼ ਕੀਤੀਆਂ ਗਈਆਂ ਵੀ ਉਹਦੀ ਲੱਗਦਾ ਆਊਟਪੁੱਟ ਨਿਕਲੂਗੀ ਹੁਣ, ਜਾਂ ਕੀ ਕਿਹਾ ਜਾ ਸਕਦਾ? ਕਿਉਂਕਿ ਵੱਡੀਆਂ ਰੈਲੀਆਂ ਹਰਿਆਣੇ ਦੇ ਵਿੱਚ ਬਹੁਤ ਸਾਰੀਆਂ ਮਹਾਂਪੰਚਾਇਤਾਂ ਹਰਿਆਣੇ 'ਚ ਵੀ ਹੋਈਆਂ, ਲੇਕਿਨ ਤੁਸੀਂ ਕਹਿੰਦੇ ਹੋ ਕਿ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਜਾਵੇ, ਇਹਦਾ ਮਤਲਬ ਹਰਿਆਣਾ ਦਾ ਹਜੇ ਬਹੁਤ ਸਾਰਾ ਹਿੱਸਾ ਇਹੋ ਜਿਹਾ ਹੈਗਾ ਜਿਹੜਾ ਨਹੀਂ ਜੁੜਿਆ ਧਰਨੇ ਦੇ ਨਾਲ ਜਾਂ ਅੰਦੋਲਨ ਨਾਲ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰਿਆਣਾ ਔਰ ਪੰਜਾਬ ਦੇ ਵਿੱਚ ਇਹ ਵੱਡੀਆਂ ਮਹਾਂਪੰਚਾਇਤਾਂ ਨਾ ਹੋਣ। ਜਿੱਥੇ ਅਜੇ ਅੰਦੋਲਨ ਨਹੀਂ ਭਖਿਆ ਉੱਥੇ ਜ਼ਿਆਦਾ ਲੋੜ ਲੱਗਦੀ ਹੈ ਸਾਨੂੰ, ਉਧਰ ਨੂੰ ਅਸੀਂ ਜਾ ਰਹੇ ਹਾਂ, ਵੱਡੀਆਂ ਮਹਾਂਪੰਚਾਇਤਾਂ ਉਧਰ ਨੂੰ ਕਰ ਰਹੇ ਹਾਂ, ਲੋਕਾਂ ਨੂੰ ਨਾਲ ਜੋੜ ਰਹੇ ਹਾਂ। ਤੁਸੀਂ ਇਹਨੂੰ ਐ ਨਾ ਦੇਖੋ ਕਿ ਮੋਰਚਾ ਹਫ਼ਤੇ ਨੂੰ ਖਤਮ ਹੋਣ ਵਾਲਾ। ਅਸੀਂ ਇਸ ਨਾਲ ਨਹੀਂ ਬੈਠੇ, ਅਸੀਂ ਜਦ ਤੱਕ ਪੂਰੇ ਭਾਰਤ ਦੇ ਵਿੱਚ ਫੈਲਦਾ ਨਹੀਂ ਤੇ ਮੋਦੀ ਸਰਕਾਰ ਝੁਕ ਨਹੀਂ ਜਾਂਦੀ ਉਦੋਂ ਤੱਕ ਬੈਠੇ ਆ, ਕੋਈ ਕਾਹਲ ਨਹੀਂ ਹੈ। ਹੁਣ ਤੱਕ ਜਿੱਥੇ ਰਹਿ ਕੇ ਨਹੀਂ, ਹੁਣ ਪਿਛਲੀ ਸਾਰੇ ਦਾਅਵਾ ਕੀਤਾ ਹੈ ਇਸਦਾ ਕਿ ਪੂਰੇ ਦੇਸ਼ ਭਰ ਵਿੱਚ ਅੰਦੋਲਨ ਭਖ ਚੁੱਕਿਆ, ਲੋਕ ਜਾਗਰੂਕ ਹੋ ਚੁੱਕੇ ਹੋ, ਤੁਸੀਂ ਕਹਿ ਰਹੇ ਹੋ ਕਿ ਹਜੇ ਭਖਿਆ ਨਹੀਂਗਾ। ਔਰ ਦੂਸਰਾ ਸਵਾਲ ਇਹ ਆ, ਬੀਜੇਪੀ ਲਗਾਤਾਰ ਕਹਿੰਦੀ ਹੈ ਕਿ ਕੁਝ ਪੋਲੀਟੀਕਲ ਪਾਰਟੀਆਂ ਨੂੰ ਫਾਇਦਾ ਦੇਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਜਿਹੜੇ ਕਿ 5 ਸੂਬਿਆਂ ਦੇ ਵਿੱਚ ਜਾ ਰਹੇ ਨੇ। ਜੇਕਰ ਹਰਿਆਣਾ ਦੇ ਵਿੱਚ ਏਡੀ ਵੱਡੀ ਲਾਮਬੰਦੀ ਦੇ ਬਾਵਜੂਦ ਤੁਹਾਡੇ ਉਹ ਨਹੀਂ ਹੋ ਸਕਿਆ ਕੰਮ, ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਦੂਜੇ ਸੂਬੇ ਵੀ ਤੁਹਾਡੇ ਅੰਗੇਜਡ ਬੀਜੇਪੀ ਵੋਟ ਕਰ ਸਕਦੇ ਨੇ? ਇੱਥੇ ਤੁਸੀਂ ਕਹਿੰਦੇ ਹਰਿਆਣਾ ਨਹੀਂ ਜਾਗਿਆ ਸੀ, ਇੱਕ ਪਾਸੇ ਕਹਿੰਦੇ ਹਰਿਆਣਾ ਪੂਰੀ ਤਰ੍ਹਾਂ ਉੱਠ ਕੇ ਨਾਲ ਆ ਗਿਆ, ਬਲਕਿ ਹਰਿਆਣਾ ਦਾ 25 ਨਵੰਬਰ ਤੋਂ ਹੀ ਬੈਰੀਕੇਡ ਹਟਾਉਣ ਦੇ ਵਿੱਚ ਜਾਗਿਆ ਹੋਇਆ ਹੈ। ਦੇਖੋ ਸੁਣੋ, ਕੋਸ਼ਿਸ਼ ਕਰੋ ਇਹ ਗੱਲ ਨੂੰ। ਜਿਹੜੀ ਸਰਕਾਰ ਬਣਦੀ ਹੈ ਅਸੀਂ ਠੋਕ ਵਜਾ ਕੇ ਕਹਿੰਦੇ ਹੁੰਦੇ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਬਣਦੀ, ਇਹ ਲਟੇਰਿਆਂ ਦੇ ਪੱਖ ਦੇ ਵਿੱਚ ਬਣਦੀਆਂ ਸਰਕਾਰਾਂ, ਕਿਸੇ ਦੀ ਵੀ ਬਣ ਜੇ। ਤੁਸੀਂ ਐਂ ਕਿਉਂ ਦੇਖਦੇ ਹੋ ਕਿ ਅੱਜ ਮਤਲਬ ਜਿਹੜੇ ਚੁਣ ਕੇ ਭੇਜੇ ਸੀ ਕਿ ਅੱਜ ਉਹ ਕਿਸਾਨਾਂ ਦੇ ਬਣ ਜਾਣਗੇ? ਬਿਲਕੁਲ ਨਹੀਂ ਬਣਨਗੇ। ਉਹਨਾਂ ਤੇ ਦਬਾਅ ਹੁੰਦਾ ਹੈ, ਦਬਾਅ ਦੇ ਵਿੱਚ ਜਿਵੇਂ ਪੰਜਾਬ ਸਰਕਾਰ ਨੇ ਫੈਸਲੇ ਕੀਤੇ ਆ, ਦਬਾਅ ਜਦੋਂ ਬਣ ਜਾਂਦਾ ਉਹ ਫੈਸਲੇ ਕਰ ਲੈਂਦੇ ਆ। ਬੀਜੇਪੀ ਕੀ ਕਹਿੰਦੀ ਹੈ? ਬੀਜੇਪੀ ਤਾਂ ਬਹੁਤ ਕੁਝ ਕਿਹਾ ਹੈ, ਨਕਸਲ ਕੇ ਉਹਨੇ ਕਿਹਾ, ਫਰਜੀ ਵੀ ਉਹਨੇ ਕਿਹਾ, ਖਾਲਸਤਾਨੀ ਉਹਨੇ ਕਿਹਾ, ਵਿਚੋਲੀਏ ਉਹਨੇ ਕਿਹਾ, ਕੀ ਨਹੀਂ ਕਿਹਾ ਬੀਜੇਪੀ ਨੇ ਸਾਨੂੰ? ਬੀਜੇਪੀ ਬਹੁਤ ਕੁਝ ਕਹਿੰਦੀ ਹੈ। ਪਰ ਸਰ ਗੁਰਨਾਮ ਸਿੰਘ ਚੜੂਨੀ ਜੀ ਪਹਿਲਾਂ ਜਿਵੇਂ ਹਰਿਆਣਾ ਦੇ ਲੀਡਰਾਂ ਨਾਲ ਮੀਟਿੰਗਾਂ ਕਰ ਰਹੇ ਸੀ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਰੋਕਿਆ ਗਿਆ ਗਲਤ ਰਿਹਾ? ਜੇ ਨਾ ਰੋਕਿਆ ਜਾਂਦਾ ਸ਼ਾਇਦ ਅੱਜ ਫੈਸਲੇ ਹੋਰ ਹੋ ਸਕਦੇ, ਤੁਹਾਡੇ ਹੱਕ ਦੇ ਵਿੱਚ ਆ ਸਕਦੇ। ਦੇਖੋ, ਜੋ ਕੋਈ ਅਸੂਲ ਬਣਾਉਂਦਾ ਨਾ, ਨੀਤੀ ਪਾਲਿਸੀ ਬਣਦੀ ਆ, ਉਹਦੇ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਸਾਡੇ ਲਈ। ਸਾਡੇ ਲਈ ਜੇ ਇੱਕ ਦੋ ਥਾਵਾਂ ਤੇ ਕਿਤੇ ਹਾਰ ਹੋ ਜੂਗੀ ਏਡੀ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਸੰਯੁਕਤ ਮੋਰਚਾ ਇੱਕ ਰਹਿੰਦਾ ਜਾਂ ਨਾ ਰਹਿੰਦਾ, ਸਭ ਤੋਂ ਵੱਡੀ ਗੱਲ। ਪੋਲੀਟੀਕਲ ਬੰਦੇ ਦੀ ਗੱਲ ਹੁੰਦੀ ਹੈ ਜੀ। ਹਨਨ ਮੌਲਾ ਜੀ ਕਿਹਾ ਗਿਆ, ਜਿਵੇਂ ਵੀ ਦਾ ਕੁਐਸਚਨ ਸੀ ਉਹਦੇ ਨਾਲ ਜੁੜੇ ਕੁਐਸਚਨ ਹੈ ਵੀ ਪੋਲੀਟੀਕਲ ਲੋਕਾਂ ਨਾਲ ਜਦੋਂ ਮੀਟਿੰਗ ਕੀਤੀ ਜਾਂਦੀ ਹੈ ਤੇ ਜੀ ਨੂੰ ਵਰਜਾ ਜਾਂਦਾ, ਸਸਪੈਂਡ ਕਰ ਦਿੱਤਾ ਜਾਂਦਾ ਇੱਕ ਵਾਰ। ਹੁਣ ਲੋਕ ਆਵਾਜ਼ ਚੁੱਕ ਰਹੇ ਆ ਵੀ ਹਨਨ ਮੌਲਾ ਜੀ ਵੀ ਪੋਲੀਟੀਕਲ ਨੇ ਜਾਂ ਹੋਰ ਜਾਦਵ ਜੀ ਨੂੰ ਲੈ ਕੇ ਵੀ ਵਾਰ-ਵਾਰ ਗੱਲ ਚੁੱਕੀ ਜਾਂਦੀ ਹੈ, ਉੱਥੇ ਕੀ ਸਪਸ਼ਟੀਕਰਨ? ਦੇਖੋ, ਪੋਲੀਟੀਕਲ ਤਾਂ ਅਸੀਂ ਸਾਰੇ ਹਾਂ, ਕਦੇ ਨਹੀਂ ਕਹਿੰਦੇ ਅਸੀਂ ਗੈਰ ਸਿਆਸੀ। ਅਸੀਂ ਕਿਸਾਨਾਂ ਨੂੰ, ਲੋਕਾਂ ਨੂੰ ਜਨ ਅੰਦੋਲਨ ਬਣਾ ਕੇ ਲੁੱਟ ਤੋਂ ਬਚਾਉਣਾ ਸਾਡੀ ਸਿਆਸਤ। ਇਹਨਾਂ ਨੇ ਵੋਟਾਂ ਲੈ ਕੇ ਰਾਜ ਕਰਕੇ ਲੋਕਾਂ ਨੂੰ ਲੁੱਟਣਾ ਤੇ ਕਾਰਪੋਰੇਟ ਘਰਾਣੇ ਦੇ ਪੱਖ 'ਚ ਪਹੁੰਚਣਾ ਉਹਨਾਂ ਦੀ ਸਿਆਸਤ। ਅਸੀਂ ਕਦੋਂ ਕਹਿੰਦੇ ਅਸੀਂ ਗੈਰ ਸਿਆਸੀ? ਪਰ ਉਹ ਦੋ ਨਾਮ ਵੋਟਾਂ ਦੀ ਸਿਆਸਤ ਅਸੀਂ ਕਹਿੰਦੇ ਆ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਚੋਣਾਂ ਲੜ ਰਹੀਆਂ ਉਹਨਾਂ ਨੂੰ ਸਟੇਜ ਦੇ ਨੇੜੇ ਨਹੀਂ ਲੱਗਣ ਦੇਵਾਂਗੇ, ਉਹਨਾਂ ਨੂੰ ਇਹਦੀ ਵਰਤੋਂ ਨਹੀਂ ਕਰਨ ਦੇਵਾਂਗੇ, ਸਿਆਸੀ ਰੋਟੀਆਂ ਨਹੀਂ ਸਿੱਟਣ ਦੇਵਾਂਗੇ। ਇਸੇ ਨਾਲ ਜੁੜਿਆ ਸਵਾਲ ਇਹ ਆ, ਸਭ ਨੂੰ ਪਤਾ ਕਿ ਪੱਛਮੀ ਬੰਗਾਲ ਦਾ ਧੁਰਾ ਜਿਹੜਾ ਹੈਗਾ ਉਹ ਹੈਗਾ ਕਮਿਊਨਿਸਟ ਹੈਗਾ, ਉੱਥੇ ਜਿਹੜੇ ਖੱਬੇ ਪੱਖੀ ਬੋਲਬਾਲਾ ਰਿਹਾ ਹੁਣ ਤੱਕ ਹੈਗਾ। ਤਾਂ ਹੁਣ ਇਸ ਲਈ ਜਿਹੜੀਆਂ ਉੱਥੇ ਬੈਕਬੋਨ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉੱਥੇ ਸੈੱਟ ਬੈਕ ਨਾ ਲੱਗੇ ਉਹ ਵੋਟ ਨੂੰ। ਇਸ ਲਈ ਜ਼ਿਆਦਾਤਰ ਪ੍ਰੈਸ਼ਰ ਸੰਯੁਕਤ ਕਿਸਾਨ ਮੋਰਚੇ ਤੇ ਉਹਨਾਂ ਲੀਡਰਾਂ ਦਾ, ਇੱਥੇ ਜਿਹੜੇ ਲੀਡਰਾਂ ਦਾ ਪਿਛੋਕੜ ਜਾਂ ਹੁਣ ਵੀ ਜਿਹੜੇ ਅਵੇਲੇਬਲ ਜਿਹੜੇ ਉਹ ਖੱਬੇ ਪੱਖੀਆਂ ਨਾਲ, ਉਹ ਕਹਿੰਦੇ ਆ ਕਿ ਅਸੀਂ ਉੱਥੇ ਜਾ ਕੇ ਸਾਨੂੰ ਇਹੋ ਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਨੇ। ਕਿ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਵਾਰ ਫਿਰ ਦੇਸ਼ ਦੀ ਰਾਜਨੀਤੀ ਵਿੱਚ ਉਹ ਖੱਬੇ ਪੱਖੀ ਜਿਹੜੀ ਚਾਰਧਾਰਾ ਡਾਊਨ ਹੋ ਗਈ ਜਾਂ ਸੈਟਬੈਕ ਲੱਗੇ, ਉਹਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਬਹਾਨੇ। ਦੇਖੋ, ਕਿਸੇ ਲੋਕਾਂ ਦਾ ਇਹ ਨਿੱਜੀ ਤੌਰ ਤੇ ਕਿਸੇ ਦਾ ਵਿਚਾਰ ਹੋ ਸਕਦਾ ਹੈ, ਸੰਯੁਕਤ ਮੋਰਚੇ ਦਾ ਅਜਿਹਾ ਕੋਈ ਵਿਚਾਰ ਨਹੀਂ ਹੈ ਕਿ ਇਹਨੂੰ ਪੋਲੀਟੀਕਲ ਰੰਗਤ ਦਿੱਤੀ ਜਾਵੇ। ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ ਜਿਹੜੇ ਵੀ ਦੂਸਰੀਆਂ ਸਟੇਟਾਂ ਵਿੱਚ ਅਸੀਂ ਗਏ ਹਾਂ ਉਹਨਾਂ ਦਾ ਮਨੋਰਥ ਇਹ ਨਹੀਂ ਹੈ ਕਿ ਕਿਸੇ ਦੀ ਸਪੋਰਟ ਕਰਨਾ। ਮਨੋਰਥ ਅਸੀਂ ਠੋਕ ਕੇ ਹਰਾ ਸਕਦੇ ਹਾਂ ਆਪਦੀ ਗੱਲ ਲਿਜਾ ਕੇ, ਸਾਨੂੰ ਪੂਰਾ ਮੌਕਾ ਮਿਲ ਜੇ। ਹੁਣ ਤਾਂ ਸਾਨੂੰ ਸਮਾਂ ਥੋੜਾ ਮਿਲਿਆ। ਪੰਜਾਬ ਦੇ ਵਿੱਚ ਅਜਿਹਾ ਕੁਝ ਹੁੰਦਾ ਹੋਵੇ ਤਾਂ ਅਸੀਂ ਕਹਿ ਸਕਦੇ ਸੀ, 5 ਮਹੀਨੇ ਹੋ ਗਏ ਸੀ ਚੱਲਦਿਆਂ ਨੂੰ ਉੱਥੇ। ਪਰ ਜਿੱਥੇ ਅਜੇ ਅੰਦੋਲਨ ਹੋਣੇ ਹੀ ਗਿਆ, ਤੁਸੀਂ ਕਿਹਾ ਕਿ ਪਹਿਲਾਂ ਵੀ ਤੁਸੀਂ ਕਿਹਾ ਭਾਰਤ ਪੱਧਰ ਤੇ ਫੈਲ ਗਿਆ, 737 ਜ਼ਿਲ੍ਹੇ ਆ, 700 ਜ਼ਿਲ੍ਹੇ ਦੇ ਵਿੱਚ ਟ੍ਰੇਨਾਂ ਰੁਕ ਜਾਣੀਆਂ, ਇਹ ਛੋਟੀ ਗੱਲ ਥੋੜਾ। ਹੁਣ ਪਤਾ ਲੱਗੂਗਾ 26 ਤਰੀਕ ਨੂੰ ਕਿਹੋ ਜਿਹਾ ਬੰਦ ਹੁੰਦਾ। ਅਸੀਂ ਅੱਜ ਵੀ ਕਹਿੰਦੇ ਆ ਕਿ ਠੋਕ ਵਜਾ ਕੇ ਮੁਕੰਮਲ ਬੰਦ ਹੋਊਗਾ। ਫਿਰ ਥੋੜਾ ਜਿਹਾ ਸਵਾਲ ਨਿਕਲ ਆਉਣਾ ਕਿ ਜੀ ਫਲਾਨਾ ਪਾਸਾ ਜਿਹਾ ਰਹਿ ਗਿਆ। ਦੇਖੋ,
ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਕੰਮ ਧੰਦੇ ਆ, ਕਿਤੇ ਵਾਢੀ ਸ਼ੁਰੂ ਹੋ ਗਈ ਹੈ, ਕਿਤੇ ਅਜੇ 20 ਦਿਨਾਂ ਨੂੰ ਹੋਣੀ ਹੈ। ਇਹ ਸਾਰਾ ਕੁਝ ਨਾ ਚੱਲ ਜਾਂਦਾ ਹੁੰਦਾ। ਸਾਥੋਂ ਪੰਜਾਬ ਹੀ ਨਹੀਂ ਲੋਟ ਆਉਂਦਾ, 3 ਜ਼ੋਨਾਂ ਦੇ ਵਿੱਚ ਵੰਡਿਆ ਹੋਇਆ। ਅਸੀਂ ਝੋਨਾ ਲਾ ਲੈਂਦੇ ਆ, ਦੂਜੇ ਅਜੇ ਵਿਹਲੇ ਬੈਠੇ ਹੁੰਦੇ ਆ। ਅਸੀਂ ਕਹਿੰਦੇ ਐਜੀਟੇਸ਼ਨ ਕਰੀ, ਉਹ ਕਹਿੰਦੇ ਹੁੰਦੇ ਅਸੀਂ ਬਾਸਮਤੀ ਲਾਉਣੇ ਆ। ਇਹ ਥੋੜ੍ਹੀਆਂ ਜਿਹੀਆਂ ਪ੍ਰੋਬਲਮਾਂ ਹੈਗੀਆਂ। ਇਹ ਤਾਂ ਭਾਰਤ ਆ ਬਹੁਤ ਵੱਡਾ, ਕਿਤੇ ਰਹਿ ਵੀ ਸਕਦਾ। ਆ ਹੁਣ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਉੱਥੇ ਪੂਰਾ ਸਾਰੇ ਹੀ ਆਪਾਂ ਜਾਣਦੇ ਆ ਕਿ ਇੱਕ ਵਾਰ ਜਿਹੜਾ ਚੋਣ ਬੁਖਾਰ ਹੈ ਉਹ ਸਾਰਿਆਂ ਨੂੰ ਚੜ ਜਾਂਦਾ ਹੈ। ਇਸ ਕਰਕੇ ਕਿਤੇ ਫਰਕ ਰਹਿ ਸਕਦਾ। ਜਿਹੜੇ 700 ਜਿਹੜੇ ਤੁਸੀਂ ਗੱਲ ਕੀਤੀ ਆ, ਕੋਈ ਆંકੜੇ ਹੈਗੇ ਨੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਕੋਲ? ਕਿਉਂਕਿ ਯੂਪੀ ਦੇ ਵਿੱਚ ਨਹੀਂ ਬੰਦ ਕੀਤਾ ਗਿਆ, ਉੱਤਰਾਖੰਡ ਦੇ ਵਿੱਚ ਰੇਲਾਂ ਨਹੀਂ ਰੋਕੀਆਂ ਗਈਆਂ, ਦਿੱਲੀ ਦੇ ਵਿੱਚ ਨਹੀਂ ਰੋਕੀਆਂ ਗਈਆਂ, ਤਾਂ ਇਹ ਤਾਂ ਹੈ ਨਹੀਂ ਕਿ 3 ਰਾਜਾਂ ਦੇ ਵਿੱਚ 36 ਜ਼ਿਲ੍ਹੇ ਨੇ। ਸਾਨੂੰ ਅੰਕੜੇ ਦੱਸਣ ਵਾਲਾ ਮੀਟ ਗਿਆ ਸੀ ਜਿਹੜਾ ਉੱਥੇ ਜਾ ਕੇ ਨਹੀਂ, ਪਰ ਤੁਹਾਡੇ ਕੋਲ 700 ਜਿਹੜੇ ਪਹੁੰਚੇ ਨੇ, ਕਿਤੇ ਪਹੁੰਚੇ ਹੋਣਗੇ। ਸਾਡੇ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਇਹ ਅੰਕੜਾ ਪਹੁੰਚਿਆ ਕਿ 700 ਜ਼ਿਲ੍ਹਿਆਂ ਦੇ ਵਿੱਚ ਬੰਦ। ਤੁਸੀਂ ਕਿਹਾ ਵੀ ਅਸੀਂ ਜਿਹੜੇ ਆ ਸਿਆਸੀ ਜਿਹੜਾ ਭਾਰਤ ਬੰਦ ਹੈ, ਦਿੱਲੀ ਦੇ ਵਿੱਚ ਦਿੱਲੀ ਦੇ ਅੰਦਰ ਜਾਓਗੇ ਕਿ ਨਹੀਂ ਜਾਓਗੇ? ਕਿਉਂਕਿ 26 ਤੋਂ ਬਾਅਦ ਦਿੱਲੀ ਤੋਂ ਕਿਨਾਰਾ ਕਰਕੇ ਬੈਠੇ। ਕਿਉਂਕਿ ਜਦੋਂ 6 ਫਰਵਰੀ ਨੂੰ ਉਹਦੇ ਕਹਿੰਦੇ ਦਿੱਲੀ ਨਾਲ ਕੋਈ ਦਿੱਲੀ ਇਹ ਕਹਿਣਾ ਕਿ 26 ਤੋਂ ਬਾਅਦ ਨਹੀਂ ਕਿਨਾਰਾ ਕਰਕੇ ਬੈਠੋ। ਅਸੀਂ ਹੁਣ ਤੱਕ ਐਮਪੀ ਰੋਕ ਕੇ ਹਟੇ ਆ। ਇਹ ਨਹੀਂ ਕਹਿਣਾ ਚਾਹੀਦਾ ਕਿ ਉਦੋਂ ਬਾਅਦ ਕਿਨਾਰਾ ਕੀਤਾ ਹੋਇਆ। ਅਸੀਂ ਸੁਣੋ ਨਾ, ਮੇਰੀ ਗੱਲ ਸੁਣੋ। ਅਸੀਂ ਇਹਨਾਂ ਬਾਰਡਰਾਂ ਨੂੰ ਨਹੀਂ ਖਾਲੀ ਕਰਨਾ ਚਾਹੁੰਦੇ ਕਿਸੇ ਵੀ ਹਾਲਤ ਦੇ ਵਿੱਚ। ਸਿੱਧਾ ਭਾਰਤ ਪੱਧਰ ਦਾ ਹੋ ਸਕਦਾ, ਅਸੀਂ ਬਾਰਡਰ ਬਿਲਕੁਲ ਨਹੀਂ ਖਾਲੀ ਕਰਨਾ ਚਾਹੁੰਦੇ। ਇਹ ਸਾਡਾ ਇੱਕ ਮਨੋਰਥ ਹੈ ਕਿ ਬਾਰਡਰਾਂ ਨੂੰ ਖਾਲੀ ਕਰ ਦਿੱਤਾ ਜਾਏ। ਤੁਹਾਡੇ ਜਿਹੜਾ ਅੰਦੋਲਨ ਦਾ ਅਸਰ ਉਹ ਦਿੱਲੀ ਦੇ ਅੰਦਰ ਹੋਊਗਾ ਕਿ ਨਹੀਂ? ਰਾਜਧਾਨੀ ਤੇ ਹੋਊਗਾ। ਰਾਜਧਾਨੀ ਵਿੱਚ ਹੋਊਗਾ ਪ੍ਰੋਗਰਾਮ। ਚੱਕਾ ਜਾਮ ਜਿਹੜਾ 4 ਘੰਟੇ ਦਾ ਸੀ ਉਹ ਵੀ ਤੁਸੀਂ ਸਪਸ਼ਟ ਕਰਨਾ ਕਿ ਨਹੀਂ ਕਰਨਾ। ਦੇਖੋ ਐਮਪੀ ਦੇ ਉੱਪਰਲਾ ਰੋਡ ਦੇਖੋ ਥੱਲੋਂ ਵਾਲਾ ਚੱਲਦਾ ਪਿਆ। ਦੇਖੋ ਮੀਡੀਆ ਨੂੰ ਨਵੀਂ ਗੱਲ ਚੰਗੀ ਲੱਗਦੀ ਹੁੰਦੀ ਹੈ। ਅਸੀਂ ਇਹਨੂੰ ਲੰਬਾ ਚਲਾਉਣਾ, ਅਸੀਂ ਦਿੱਲੀ ਦੇ ਵਿੱਚ ਵੜਨਾ, ਅਸੀਂ ਪਾਰਲੀਮੈਂਟ ਤੱਕ ਜਾਣਾ, ਪਰ ਅਸੀਂ ਸਮਾਂ ਲੱਗੂਗਾ ਉਹਨੂੰ। ਤੁਹਾਨੂੰ ਐ ਕਿ ਕੱਲ ਨੂੰ ਖਾਣਾ ਲਾ ਕੇ ਜਿਹੜਾ ਤੁਹਾਡਾ ਪਾਰਲੀਮੈਂਟ ਤੱਕ ਜਾਣਾ, ਉਹ ਕੈਦ ਸਾਹਿਬ ਵਾਲਾ ਲੱਖਾ ਟਰੈਕਟਰ ਲੈ ਕੇ ਜਾਣਾ, ਗੱਦੇ ਲਾਉਣ ਵਾਲਾ ਜਾਣਾ, ਕੋਈ ਵੱਖਰਾ ਜਾਣਾ? ਦੇਖੋ ਇਹ ਅਜੇ ਪਲਾਨ ਨਹੀਂ ਕੀਤਾ ਸੀ। ਮੈਂ ਕਹਿ ਰਿਹਾ ਕਰਾਂਗੇ, ਜਿਹੜੇ ਕਰਾਂਗੇ। ਕਹਿ ਰਹੇ ਆ ਲੱਖਾ ਟਰੈਕਟਰ ਲੈ ਜਾਵਾਂਗੇ, ਉਹ ਹੋ ਸਕਦਾ ਹੋਵੇ। ਉਹ ਕਿਸੇ ਦਾ ਵਿਅਕਤੀਗਤ ਹੋ ਸਕਦਾ ਹੈ। ਜੇ ਸੰਯੁਕਤ ਮੋਰਚੇ ਦੀ ਇਹ ਫੈਸਲਾ ਨਹੀਂ ਹੈ ਕਿ ਅਸੀਂ ਲੱਖਾਂ ਟਰੈਕਟਰ ਸਵਾਲ ਦਾ ਜਿਹੜਾ ਪਾਰਲੀਮੈਂਟ ਮੇਰੇ ਵਿੱਚ ਸਾਥੀ ਨੇ ਪੁੱਛਿਆ, ਤੁਸੀਂ ਉਹ ਜਵਾਬ ਤਸੱਲੀ ਬਖਸ਼ ਨਹੀਂ ਦੇ ਪਾਏ। ਸਾਡਾ ਸਵਾਲ ਹੈ ਕਿ 6 ਜਦੋਂ ਟ੍ਰੇਨਾਂ ਰੋਕੀਆਂ ਗਈਆਂ 6 ਮਾਰਚ ਨੂੰ 6 ਫਰਵਰੀ ਪੂਰਾ ਪ੍ਰੋਗਰਾਮ ਦਿੱਤਾ ਗਿਆ, ਦਿੱਲੀ ਦੇ ਵਿੱਚ ਇਸ ਦਾ ਕੋਈ ਨਹੀਂ ਸੀਗਾ। ਚੱਕਾ ਜਾਮ ਦਾ ਕੀਤਾ ਦਿੱਲੀ ਦੇ ਵਿੱਚ ਜੇ ਕੋਈ ਤੁਸੀਂ ਰਾਜਧਾਨੀ ਦਿੱਲੀ ਨੂੰ ਭਾਰਤ ਦੇ ਹਿੱਸੇ 'ਚ ਮੰਨਦੇ ਹੋ ਕਿ ਨਹੀਂ? ਫਿਰ ਉੱਥੇ ਪ੍ਰੋਗਰਾਮ ਕਿਉਂ? ਜੇ ਪੂਰੇ ਭਾਰਤ 'ਚ ਕਿੰਨੇ ਪੂਰਾ ਪ੍ਰੋਗਰਾਮ, ਫਿਰ ਦਿੱਲੀ ਕਿਉਂ ਛੱਡ ਦਿੰਦੇ ਹੋ? ਇਹਦੇ ਪਿੱਛੇ ਕਾਰਨ ਕੀ ਹੈ? ਦਿੱਲੀ ਕਿਉਂ ਛੱਡ ਦਿੰਦੇ ਹੋ? ਜੇ ਚੱਕਾ ਜਾਮ ਦਿੱਲੀ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਸੀ? ਰੇਲਾਂ ਦਿੱਲੀ ਦੇ ਵਿੱਚ ਕਿਉਂ ਨਹੀਂ ਰੁਕੀਆਂ? 26 ਨੂੰ ਅਸੀਂ ਦਿੱਲੀ ਦੇ ਵਿੱਚ ਗਏ ਆ। ਸਾਨੂੰ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਨਹੀਂ ਇਹ ਤੋਂ ਜਾਂਦੇ। ਬਾਅਦ ਦੇ ਪ੍ਰੋਗਰਾਮ ਸੁਣੋ ਨਾ, 26 ਤੋਂ ਬਾਅਦ ਤੁਹਾਨੂੰ ਕਿ ਨਹੀਂ ਪਤਾ ਕਿ ਹਾਲਤ ਕਿਹੋ ਜਿਹੀ ਬਣੀ ਆ। ਉਹ ਹਾਲਤ ਵੀ ਸੰਭਾਲਣੀ ਸੀ ਨਾ। ਇੱਕ ਵਾਰ ਜਿਹੜਾ ਮੋੜ ਆਇਆ, ਗੱਡੀ ਲੀਹੋਂ ਲੈਂਦੀ ਸੀ, ਨਹੀਂ ਲੈਣ ਦਿੱਤੀ ਅਸੀਂ। ਇਹ ਸੰਭਲ ਕੇ ਇੱਕ ਪਾਲਸੀ ਸੀ ਬੀਜੇਪੀ ਦੀ ਪੂਰੀ ਕਿ ਇਹਨੂੰ ਲੀਹੋਂ ਲਾ ਕੇ ਇਹਨੂੰ ਹਿੰਦੂ ਸਿੱਖ ਦਾ ਮਸਲਾ ਬਣਾ ਕੇ ਇੱਥੇ ਦਿੱਲੀ ਦੇ ਵਿੱਚ ਦੰਗੇ ਕਰਾ ਦਈਏ। ਤੇ ਜੇ 84 ਯਾਦ ਕਰਾ ਦਈਏ, ਅਸੀਂ 84 ਮੁੜ ਨਹੀਂ ਦੁਹਰਾਉਣ ਦਿੱਤਾ। ਉਸ ਤੋਂ ਬਾਅਦ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ 2-3 ਦਿਨ, ਫਿਰ ਵੀ ਅਸੀਂ ਮਤਲਬ ਤੋਂ ਚੁਕੰਨੇ ਰਹੇ, ਨਹੀਂ ਬਣ ਦਿੱਤਾ ਉਹ। ਦੇਖੋ ਹਾਲਤ ਨੂੰ ਸਾਹਮਣਾ ਹੁੰਦਾ ਹੈ, ਕੋਈ ਹਾਲਤ ਅਜਿਹੇ ਬਣ ਜਾਂਦੇ। 15 ਜਿਹੜਾ ਬੰਦ ਹੋਊਗਾ ਉਹ ਦਿੱਲੀ ਦੇ ਵਿੱਚ ਬੰਦ ਹੋਊਗਾ ਜਾਂ ਨਹੀਂ ਹੋਊਗਾ? ਦਿੱਲੀ 'ਚ ਵੀ 18 ਮਾਰਚ ਦਾ ਹਮਾਰੀ ਮਾਫ ਨਹੀਂ ਪੱਕਾ ਨਹੀਂ ਹਲੇ ਕੋਸ਼ਿਸ਼ ਦਿੱਲੀ ਦੇ ਵਿੱਚ ਬੰਦ ਹੋਊਗਾ ਜਾਂ ਜਿਹੜਾ ਨਹੀਂ ਬਣਾਉਣਾ ਹੈ, ਅਸੀਂ ਬਣਾਉਣਾ ਹੈ, ਬਣਾਵਾਂਗੇ, ਕੋਸ਼ਿਸ਼ ਕਰਾਂਗੇ। ਤਾਂ ਇੱਕ ਮੇਰਾ ਹੋਰ ਸਵਾਲ ਆ ਜੀ, ਜਿੱਦਾਂ ਤੁਸੀਂ ਕਿਹਾ ਵੀ ਸਰਕਾਰ ਸਟੇਜ ਤੋਂ ਵੀ ਸਾਰਾ ਦਿਨ ਹੀ ਕਹਿੰਦੇ ਨੇ ਵੀ ਸਰਕਾਰ ਡਰੀ ਹੋਈ ਆ, ਕੰਬ ਗਈ ਆ, ਥੋੜਾ ਨੇੜੇ ਆ। हम लोग प्रोग्राम्स के ऊपर बात ਅਸੀਂ ਪ੍ਰੋਗਰਾਮ ਦੀ ਗੱਲ ਕਰ ਰਹੇ। ਮੇਰਾ ਸਵਾਲ ਇਹ ਹੈ, ANI ਨੇ ਸੋਰਸ ਹੈਗਾ, 2 ਮੁੰਡੇ ਜਿਹੜੇ ਆ ਸਿੱਖ ਨੌਜਵਾਨ ਬੀਤੀ ਰਾਤ ਹੀ ਚੁੱਕੇ ਆ ਲਾਲ ਕਿਲ੍ਹੇ ਦੀ ਘਟਨਾ 'ਚ, ਤਾਂ ਕੀ ਪ੍ਰਭਾਵ ਆ? ਪਿਛਲੀਆਂ ਦੀਆਂ ਜਮਾਨਤਾਂ ਹੋਈਆਂ ਨਹੀਂ, ਪੁਲਿਸ ਨਵੇਂ ਬੰਦੇ ਚੱਕ ਰਹੀ ਆ, ਤਾਂ ਸਰਕਾਰ ਕਿੰਨੀ ਕੁ ਡਰੀ ਹੋਈ? ਅਸੀਂ ਕਹਿੰਦੇ ਕਿ ਸਰਕਾਰ ਡਰ ਚੁੱਕੀ ਆ। ਅਸੀਂ ਨੇ ਇਹ ਕਹਿੰਦੇ ਜਦੋਂ ਸਰਕਾਰ ਡਰੀ ਹੋਈ ਤਾਂ ਉਦੋਂ ਇਹ ਕਾਨੂੰਨ ਰੱਦ ਕਰੂਗੀ। ਸਾਡਾ ਸਵਾਲ ਨਹੀਂ ਸਰਕਾਰ ਡਰੀ ਹੋਈ ਹੈ, ਅਸੀਂ ਤਾਂ ਕਹਿੰਦੇ ਅੜੀ ਹੋਈ ਹੈ। ਅੜੀ ਵਾਲਾ ਵਤੀਰਾ ਫਰਜ਼ਾਂ ਦੇ ਖਿਲਾਫ ਕਿਸੇ ਰਾਜੇ ਦਾ, ਕਿਸੇ ਪ੍ਰਧਾਨ ਮੰਤਰੀ ਦਾ ਅਜਿਹਾ ਵਤੀਰਾ ਨਹੀਂ ਹੋਣਾ ਚਾਹੀਦਾ ਜੇ ਅਪਣਾ ਰਹੀ ਹੈ ਬੀਜੇਪੀ। ਮੇਰਾ ਸਵਾਲ ਇਹ ਹੈ ਜੀ, ਪੁਲਿਸ ਅਜੇ ਵੀ ਮੁੜ ਤੋਂ ਮੁੰਡੇ ਚੁੱਕਣ ਦੀ ਜਿਹੜੀ ਪ੍ਰਕਿਰਿਆ ਉਹਨਾਂ ਨੇ ਸ਼ੁਰੂ ਕਰਤੀ ਹੈ, ਤੇ ਤੁਸੀਂ ਕੀ ਕਹਿੰਦੇ? ਦੇਖੋ ਪੁਲਿਸ ਦਾ ਕੰਮ ਕੀ ਹੈ? ਪੁਲਿਸ ਦਾ ਕੰਮ ਤਾਂ ਜਿਹੜੇ ਬੰਦੇ ਨਾ ਘਰੋਂ ਖੇਤ ਤੇ ਖੇਤੋਂ ਘਰ ਸਾਰੀ ਉਮਰ ਜਾਂਦੇ ਰਹੇ, ਉਹਨਾਂ ਨੂੰ ਨੋਟਿਸ ਗਏ ਹੋਏ ਆ। ਜਿਹੜੇ ਦਿੱਲੀ ਦਾ ਨਾਂ ਵੀ ਨਹੀਂ ਜਾਣਦੇ, ਬਾਰਡਰ ਕੀ ਹੈ, ਟਿਕਰੀ ਬਾਰਡਰ ਕੀ ਹੈ, ਉਹਨਾਂ ਨੂੰ ਵੀ ਨੋਟਿਸ ਗਏ ਹੋਏ ਆ ਕਿ ਤੁਸੀਂ ਲਾਲ ਕਿਲ੍ਹੇ ਤੇ ਕਿਉਂ। ਇਹ ਹੁਣ ਪੁਲਿਸ ਦਾ ਕੰਮ ਹੈ। ਪੁਲਿਸ ਨੇ ਝੂਠ ਦੇ ਪਲੰਦੇ ਬਣਾਉਣੇ ਹੁੰਦੇ ਆ, ਝੂਠੇ ਚੱਕ ਕੇ ਦਹਿਸ਼ਤ ਪਾਉਣੀ ਹੁੰਦੀ ਹੈ। ये अनएक्सपेक्टेड नहीं है। FIRs में एंड थाउजेंड्स अननोन ऐसा लिखा हुआ था, तो और लोगों को, मगर
सिर्फ 7 लोग बचे हैं, उनका भी बेल एप्लीकेशन मूव किया है। पर मैडम उन्होंने और उठाने शुरू कर दिए हैं, रात को उठाए हैं हमको एक्सपेक्टेड है वो ਨਹੀਂ ਤੋਂ ਪੁਲਿਸ ਨੇ ਤਾਂ ਕੰਮ ਹੁੰਦਾ, ਪੁਲਿਸ ਨੇ ਚੱਕਣੀ ਹੈ। ਪੁਲਿਸ ਸਾਡੇ ਸਾਰਿਆਂ ਦੇ ਪਰਚੇ ਆ, ਜਿਹੜਾ ਦਾਇਟ ਚੱਕਣਗੇ। ਹਾਂ ਤੋਂ ਜਿਹੜੇ ਪਹਿਲਾਂ ਜੇਲ੍ਹ 'ਚ ਗਏ ਸੀ 115 ਜਣਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਨੇ। ਪੁਲਿਸ ਨੇ ਹਜ਼ਾਰਾਂ ਅਣਪਛਾਤਿਆਂ ਦੇ ਜਿਹੜੇ ਪਰਚੇ ਦਰਜ ਕੀਤੇ ਨੇ। ਪੁਲਿਸ ਦਾ ਕੰਮ ਹੀ ਇਹ ਹੈ। ਤਾਂ ਜਿਹੜੇ 12 ਅਜੇ ਤੱਕ ਲਾਪਤਾ ਦਾ ਪਤਾ ਨਹੀਂ ਲੱਗਿਆ, ਉਹਨਾਂ ਦੇ ਵਾਲੀ ਵਾਰਸਾਂ ਨੂੰ ਕੀ ਜਵਾਬ ਹੈ? ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਮਿਲ ਕੇ, ਠੀਕ ਹੈ, ਜਿਹੜੀ ਅਸੀਂ ਲੀਗਲ ਕਮੇਟੀ ਵੱਲੋਂ ਹੈਗਾ ਕਿ 12 ਨਹੀਂ 4 ਸਾਡੇ ਕੋਲ ਸਿਰਫ ਜਿਹੜੇ 4 ਨਾਮ ਨੇ। परसों पंगू साहब ने 12 नाम बोले, 10 है, 6 पंजाब से, 4 हरियाणा से, 10 है। तो मगर जो अरेस्टेड वालों को रिलीज करने का काम में सिर्फ 7 है, उन 7 का बेल एप्लीकेशन भी मूव किया है। ਬੁਲਾਇਆ ਉਹਨਾਂ ਪਰਿਵਾਰਾਂ ਨੂੰ ਬੁਲਾਇਆ। ਉਹਨਾਂ ਆਪਣੇ ਪਰਿਵਾਰਾਂ ਨਾਲ ਮਿਲ ਕੇ ਉਹ 'ਚ ਹੈਵੀਐਸ ਕਾਰਪਸ ਦੀ ਰਿਟ ਹੋ ਸਕਦੀ ਜਾਂ ਹੋਰ ਜਿਹੜਾ ਲੀਗਲ ਵੀ ਹੋ ਸਕਦਾ ਕੱਢਾ। ਦੇਖੋ ਤੁਸੀਂ ਪੁਲਿਸ ਦੀ ਕਾਰਵਾਈ ਨੂੰ ਜਿਵੇਂ ਠੀਕ ਹੁੰਦਾ ਨਾ ਐ ਮੰਨ ਲੈਂਦੇ ਹੋ। ਤੁਸੀਂ ਤਾਂ ਜਾਣਦੇ ਹੋ ਨਾ ਤਿੰਨੇ। ਇੱਕ ਮਿੰਟ ਸੁਣੋ ਨਾ, ਮੇਰੇ ਤੇ 3 FIR ਦਰਜ ਕੀਤੇ 26 ਤਰੀਕ ਨੂੰ। ਗਾਜੀਪੁਰ ਵੀ ਇਹ ਸੀਗਾ, ਉੱਥੇ ਪੁਲਿਸ ਤੇ ਹਮਲਾ ਕੀਤਾ। ਸਿੰਘੂ ਬਾਰਡਰ ਤੇ ਸੀ, ਉੱਥੇ ਪੁਲਿਸ ਨੇ ਹਮਲਾ ਕੀਤਾ। ਟਿੱਕਰੀ ਬਾਰਡਰ ਸੀ। ਮੇਰੇ ਕੋਲ ਕਿਹੜਾ ਹੈਲੀਕਾਪਟਰ ਦਿੱਤਾ ਸੀ ਮੋਦੀ ਨੇ ਮੈਨੂੰ ਜਾਂ ਪੁਲਿਸ ਨੇ ਕਿ ਹੈਲੀਕਾਪਟਰ ਚੜਿਆ ਜਾ ਕੇ ਉੱਥੇ ਹਮਲਾ ਕਰਤਾ। ਇਹ ਤਾਂ ਬਾਤ ਦੇ ਬਤੰਗੜ ਝੂਠ ਦੇ ਪਲੰਦੇ ਪੁਲਿਸ ਨੇ ਬਣਾਉਣੇ ਨੇ। मैं इसमें जोड़ना चाहता हूं कि हम लोग जो भाजपा हराओ और कॉरपोरेट को सबक सिखाओ, क्योंकि जो पूरा संघर्ष है वो कॉरपोरेट के साथ है। एक तरफ मोदी सरकार के साथ है जिसने कानून लाया, दूसरी तरफ कॉरपोरेट के साथ है जिसके इशारे पर ये कानून लेके आया। तो उसको लेकर के पश्चिम बंगाल के अंदर भी 6 सभाएं हैं, उसके अंदर साथी जा रहे हैं संयुक्त किसान मोर्चे के, और फिर आसाम के अंदर भी जा रहे हैं। ये एक बात कहना चाहता हूं। दूसरी बात ये कहना चाहता हूं कि पूरे देश में तमाम लोगों ने मिट्टी सत्याग्रह का एक योजना बनाई है, और वो मिट्टी लेकर के अपने अपने गांव की यहाँ पर आकर के जो किसान यहाँ पर शहीद हुए हैं उनका शहीद स्मारक बनाने का उन्होंने संकल्प लिया है। वो मिट्टी लेकर के आ रहे हैं। गांधी जी ने जो 12 मार्च से 6 अप्रैल तक का जो किया था दांडी मार्च, उनसे प्रेरणा लेकर के 100 साल पहले जो असहयोग आंदोलन हुआ था उससे प्रेरणा लेकर के लोग चले हैं। उसकी केवल आपको मैं सूचना देने का काम कर रहा हूं। मध्य प्रदेश के अंदर संयुक्त संघर्ष मोर्चे ने ये तय किया है कि वो ये सभी कार्यक्रम करेगा। 52 जिलों के अंदर संयुक्त मोर्चा सक्रिय है और वहां पर ज्ञापन देने का काम भी किया जाएगा। मैं आपसे एक बात और जोड़ना चाहता हूं। आप नोट करिए कि 11 करोड़ टन सरकार ने कहा कि अनाज का उत्पादन है गेहूं का, और उसमें से केवल 4.5 करोड़ टन ही वो समर्थन मूल्य पे खरीदेंगे, जिसका मतलब ये है कि बाकी वो नहीं खरीदेंगे और वो पूरी लूट होगी। हम उस लूट का विरोध करते हैं। और ये जो आपको बताया गया कि हम मंडी बचाओ खेती बचाओ को लेके ज्ञापन देंगे, तो उसके अंदर मुख्य बात यह है, जैसे मध्य प्रदेश के अंदर अब तक जो पंजीयन हो गए, पंजीयन का काम बंद हो गया, लेकिन केवल 40% किसानों का पंजीयन हुआ है जिन्होंने गेहूं का उत्पादन किया। बाकी का पंजीयन इसलिए नहीं किया कि सर्वर डाउन था और उनका जो नक्शा खसरा था उसके साथ में जुड़ाव नहीं हो पाया। ये राजस्व विभाग की जिम्मेदारी है कि वो पंजीयन करे पूरे देश के किसानों की, और सबका समर्थन मूल्य के ऊपर खरीद हो। ये बात कहना चाहता। ਕਾਫੀ ਸਮਾਂ ਹੋ ਗਿਆ, ਅਸੀਂ ਵੀ ਜਾਣਾ ਟਿੱਕਰੀ ਬਾਰਡਰ ਤੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪ੍ਰੈਸ ਕਾਨਫਰੰਸ ਸਮਾਪਤ। ਸਵਾਲ ਹੈ ਜੀ ਦੀਪਸਿੰਘ ਵਾਲਾ ਜੀ, ਕਿ ਕਾਲਾ ਬਰਾੜ ਨਾਂ ਦੇ ਵਿਅਕਤੀ ਤੇ ਹਮਲਾ ਹੋਇਆ ਜੀ ਤੁਹਾਡੇ ਪਿੰਡ 'ਚ, ਤੁਹਾਡੇ ਤੇ ਐਲੀਗੇਸ਼ਨ ਲਾ ਰਿਹਾ ਜੀ, ਕੀ ਉਹਦੇ ਬਾਰੇ ਸਪਸ਼ਟ ਕਰੋ। ਉਹ ਬੰਦਾ ਮਾਨਸਿਕ ਤੌਰ ਤੇ ਥੋੜਾ ਪਰੇਸ਼ਾਨ ਆ। ਪਿੰਡ ਜਿਹੜਾ ਕਿਸੇ ਨਾਲ ਝਗੜਾ ਹੋਇਆ ਉਹਦੇ 'ਚ ਉਹ ਹੋਰ ਬੰਦੇ ਦਾ ਨਾਮ ਲੈ ਰਿਹਾ, ਹਸਪੀਟਲ 'ਚ ਹੋਰ ਦਾ ਨਾਮ ਲੈ ਰਿਹਾ, FIR ਕਿਸੇ ਹੋਰ ਤੇ ਕਰਵਾ ਰਿਹਾ। ਇਹ ਤਿੰਨੋਂ ਚੀਜ਼ਾਂ ਤੁਸੀਂ ਵੈਰੀਫਾਈ ਕਰ ਲਓ। ਲੋਕ ਕਹਿ ਰਹੇ ਤੁਹਾਡਾ ਪੁਰਾਣਾ ਸਾਥੀ। ਉਹ ਚੈਨਲ ਤੇ ਮੈਂ ਮਾਨਹਾਨੀ ਦਾ ਕੇਸ ਕਰੂੰਗਾ, ਉਹਨੂੰ ਖਿੱਚੂੰਗਾ। ਬਿਲਕੁਲ ਕੁਫਰ ਤੋਲਿਆ ਉਸ ਚੈਨਲ ਨੇ, ਉਹ 'ਚ ਕੋਈ ਸੱਚਾਈ ਨਹੀਂ ਹੈ। 3 ਤਰ੍ਹਾਂ ਦੇ ਬਿਆਨ ਦਿੰਦਾ, ਉਹ ਤਿੰਨੋਂ ਚੀਜ਼ਾਂ ਔਨ ਰਿਕਾਰਡ ਨੇ। ਜਦੋਂ ਅਦਾਲਤ 'ਚ ਉਹਨੂੰ ਘੜੀਸੂਗਾ ਤੁਸੀਂ ਦੇਖ ਲਿਓ। ਪਰ ਕੀ ਉਹ ਬੰਦਾ ਸੱਚਮੁੱਚ ਤੁਹਾਡੇ ਲਿੰਕ ਵਾਲਾ ਪੁਰਾਣਾ ਸੰਬੰਧ ਹੈ ਤੁਹਾਡੇ ਨਾਲ? ਨਹੀਂ ਜੀ ਨਹੀਂ। ਤੁਹਾਨੂੰ ਉਹ ਜਾਣਦਾ ਜੀ, ਤੁਹਾਡੀ ਜਥੇਬੰਦੀ ਦਾ ਜੀ? ਨਹੀਂ ਜੀ ਨਹੀਂ। ਉਹ ਪਿਛਲੇ 5 ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਰਿਹਾ। 2015 ਦੇ ਵਿੱਚ ਕੋਈ ਘਟਨਾ ਵਾਪਰੀ ਸੀ ਬਰਜਿੰਦਰਾ ਕਾਲਜ ਦੇ ਵਿੱਚ, ਜਿਸ 'ਚ ਕੋਈ 20 ਲੱਖ ਜਾਂ 25 ਲੱਖ ਦੇ ਵਿੱਚ ਕੋਈ ਰਾਜੀਨਾਮਾ ਕਰਾਉਣ ਦੀ ਗੱਲਬਾਤ ਹੋਈ ਹੋਵੇ? ਕੋਈ 3.5 ਲੱਖ ਰੁਪਏ ਤੁਹਾਡੇ ਕੋਲੇ ਗਿਆ? ਕਾਫੀ ਕੁਝ ਤੁਹਾਡੇ ਬਾਰੇ ਦੱਸ ਰਹੇ। ਨਹੀਂ ਜੀ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੋਈ। ਬਰਜਿੰਦਰਾ ਕਾਲਜ ਲੜਾਈ ਹੋਈ, ਉਹਨਾਂ ਲੋਕਾਂ ਨਾਲ ਰਾਜੀਨਾਮਾ ਕਰ ਲਿਆ ਤੇ ਪੈਸੇ ਲੈ ਲਏ ਉਹਨਾਂ ਤੋਂ। ਉਹ ਕਹਿੰਦੇ ਦੀਪ ਸਿੰਘ
ਵਿਅਕਤੀਗਤ ਐਲੀਗੇਸ਼ਨ ਇਸ ਕਾਨਫਰੰਸ ਦੇ ਵਿੱਚ ਨਾ ਲਾਈਏ ਆਪਾਂ, ਇਹ ਵੱਖਰਾ ਮਾਮਲਾ ਹੈ। ਬੂਟਾ ਸਿੰਘ ਜੀ, ਲੰਗਰਾਂ ਦੇ ਵਿੱਚ ਜਿਹੜੀ ਰਸਦ ਆ ਉਹ ਲੋਕੀ ਜਾਂ ਤਾਂ ਕਾਰ ਸੇਵਾ ਨਾਲ ਚੱਲ ਰਹੀ ਆ ਜਾਂ ਫਿਰ ਲੋਕੀ ਜਿਹੜੇ ਪਿੰਡਾਂ 'ਚੋਂ ਫੰਡ ਇਕੱਠਾ ਹੁੰਦਾ ਉਹਦੇ ਨਾਲ ਚੱਲ ਰਹੀ ਆ। ਬਹੁਤ ਸਾਰੇ ਲੰਗਰ ਵਾਲੇ ਇਹ ਕਹਿੰਦੇ ਨੇ ਕਿ ਸਾਡੇ ਕੋਲੇ ਕੋਈ ਸੰਯੁਕਤ ਮੋਰਚੇ ਵੱਲੋਂ ਜਿਹੜੀ ਮਦਦ ਆ ਉਹ ਨਹੀਂ ਆ ਰਹੀ। ਦੇਖੋ, ਪਹਿਲੀ ਗੱਲ ਤਾਂ ਅਸੀਂ ਇਹ ਕੋਈ ਫੈਸਲਾ ਨਹੀਂ ਕੀਤਾ ਕਿ ਜਿਹੜੇ ਲੰਗਰ ਦੀ ਸੇਵਾ ਸੰਯੁਕਤ ਮੋਰਚਾ ਚਲਾਊਗਾ। ਸਾਰਿਆਂ ਨੂੰ ਰਾਸ਼ਨ ਇਕੱਠਾ ਕਰਨ ਨੂੰ ਕਿਹਾ। ਮੈਂ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਨ ਲਈ ਕਿਹਾ। ਟਰਾਲੀਆਂ ਭਰੀਆਂ ਪਈਆਂ, ਕਿਸੇ ਕੋਲੇ ਤੋੜਾ ਨਹੀਂ। ਜੇ ਕੋਲੇ ਤੋੜਾ ਹੋਇਆ ਅਸੀਂ ਆਪਣੇ ਲੰਗਰਾਂ ਦੇ ਵਿੱਚੋਂ ਦੇਵਾਂਗੇ। ਕੋਈ ਤੋੜਾ ਨਹੀਂ ਹੈ, ਇੱਕਾ ਦੁੱਕਾ ਕੋਈ ਘਟਨਾ ਹੁੰਦਾ। ਉਹਨਾਂ ਨੇ ਉੱਤੇ ਕਿਹਾ ਸੀ ਕਿ ਜਿਹੜੀ ਟਰਾਲੀ ਦੇ ਵਿੱਚ ਆਉਣ ਵਾਲੇ ਦਿਨਾਂ ਜਿਹੜੀ ਦਿੱਕਤਾਂ ਹੋਣਗੀਆਂ ਉਹ ਅਸੀਂ ਪੂਰੀਆਂ ਕਰਾਂਗੇ। ਦੇਖੋ, ਪਿੰਡ ਇਕਾਈਆਂ ਸਾਡੀਆਂ, ਬਲਾਕ ਇਕਾਈਆਂ, ਡਿਸਟ੍ਰਿਕਟ ਇਕਾਈਆਂ ਤੇ ਪੰਜਾਬ ਦੀਆਂ ਬੋਰਡੀਆਂ, ਮਤਲਬ ਸਟੇਟ ਬੋਰਡੀਆਂ। ਜਿਹੜੀਆਂ ਪਿੰਡ ਇਕਾਈਆਂ ਉਹਨਾਂ ਦੀ ਡਿਊਟੀ ਇਹ ਹੈ ਕਿ ਰਾਸ਼ਨ ਇਕੱਠਾ ਕਰਨਾ, ਜਦੋਂ ਮੁੱਕ ਗਿਆ ਦੁਬਾਰਾ ਇਕੱਠਾ ਕਰਨਾ। ਅਜਿਹੀ ਕੋਈ ਨਹੀਂ ਹੈ ਜਿਹੜਾ ਤੁਸੀਂ ਆ ਕਹਿ ਰਹੇ ਹੋ ਕਿ ਸੰਯੁਕਤ ਮੋਰਚਾ ਉਹਨਾਂ ਨੂੰ। KMP ਜਾਮ ਇੱਕ ਆਖਰੀ ਸਵਾਲ, KMP ਜਾਮ ਕੀਤਾ ਲਾ ਰਹੇ ਜੀ, ਕਿਸਾਨਾਂ ਨੇ ਫਸਲ ਵੀ ਆਪਣੀ ਸਾਂਭਣੀ ਹੈਗੀ, ਕੋਈ ਰਣਨੀਤੀ ਬਣਾਈ ਹੈ ਵੀ ਇੱਥੇ ਵੀ ਕੱਟ ਨਾ ਘਟੇ ਤੇ ਕਿਸਾਨ ਵੀ ਆਪਣੀ ਫਸਲ ਵੀ ਸਾਂਭਣ? ਦੇਖੋ, ਮੈਂ ਪਹਿਲਾਂ ਬਤਾ ਚੁੱਕਿਆ ਇਹ ਗੱਲ ਕਿ ਹਾੜੀ ਦਾ ਸੀਜ਼ਨ ਆਉਂਦਾ, ਸਾਨੂੰ ਪਤਾ, ਅਸੀਂ ਸਾਰੇ ਜ਼ਿਮੀਂਦਾਰਾਂ ਸਾਰਿਆਂ ਦੀ ਕਣਕ ਬੀਜੀ ਹੋਈ ਹੈ। ਇੱਕ ਹਫ਼ਤੇ ਤੋਂ ਵੱਧ ਸੀਜ਼ਨ ਨਹੀਂ ਹੈ। ਇੱਕ ਹਫ਼ਤੇ ਦੀ ਮਤਲਬ ਜਿਹੜੀ ਸ਼ਿਫਟ ਬਣਾਈ ਹੋਈ ਹੈ ਸਾਰੇ ਪਿੰਡਾਂ ਦੇ ਵਿੱਚ, 10 ਬੰਦੇ, ਕਿਸੇ ਪਿੰਡ ਚੋਂ 20 ਬੰਦੇ, ਕਿਸੇ ਚੋਂ 50 ਬੰਦੇ, ਉਹ ਆਉਂਦੇ ਆ, ਹਫ਼ਤਾ ਲਾ ਕੇ ਜਾਂਦੇ, ਦੂਜੇ ਮੁੜ ਜਾਂਦੇ। ਕੋਈ ਪ੍ਰੋਬਲਮ ਨਹੀਂ, ਨੋ ਪ੍ਰੋਬਲਮ, ਨਾ ਟਰੈਕਟਰਾਂ ਦੀ ਨਾ ਟਰਾਲੀਆਂ ਦੀ। ਕੋਈ ਫਰਕ ਨਹੀਂ ਪੈਂਦਾ। ਇੱਕ ਪਿੰਡ ਦੇ ਵਿੱਚੋਂ 2 ਟਰੈਕਟਰ ਇੱਥੇ ਖੜੇ ਆ, ਉਹ ਪਿੰਡ ਵਾਲਿਆਂ ਨੇ ਜ਼ਿੰਮੇਵਾਰੀ ਚੱਕੀ ਹੈ ਕਿ ਜੇ ਮੋਦੀ ਸਰਕਾਰ ਨੇ ਇਹਨਾਂ ਨੂੰ ਅੱਗ ਲਾਤੀ, ਅਸੀਂ ਪਿੰਡ ਇਹਨਾਂ ਨੂੰ ਸਾਂਝੇ ਇਕੱਠੇ ਕਰਕੇ ਦੇਵਾਂਗੇ। ਬੂਟਾ ਸਿੰਘ ਜੀ, ਐਡੇ ਫੈਸਲੇ ਲਏ ਕਿਸਾਨ ਆਗੂ ਸਰਕਾਰ ਤੇ ਦਬਾਅ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ, ਹਨਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਜਾਂ ਦੇ ਵਿੱਚ ਅਸੀਂ ਜਾ ਰਹੇ ਹਾਂ, ਕਈ ਰਣਨੀਤੀਆਂ ਤੁਸੀਂ ਵਰਤ ਰਹੇ ਹੋ, ਪਰ ਹਜੇ ਵੀ ਦੋਨੇ ਜਿਹੜੀਆਂ ਸਟੇਜਾਂ ਨੇ ਉਹਨਾਂ ਦੇ ਗੱਭੇ ਜਿਹੜਾ ਰਾਹ ਬੰਦ ਕੀਤਾ ਗਿਆ ਹੈ ਤਾਂ ਕਿਸਾਨ ਆਗੂ ਉਹ ਨਹੀਂ ਖੁਲਾ ਸਕੇ। ਅਸੀਂ ਤਾਂ ਖਿਲਾਉਣਾ ਨਹੀਂ ਚਾਹੁੰਦੇ ਅਜੇ ਰਾਹ ਕੋਈ। ਉਹਦੇ ਕਰਕੇ ਦਿੱਕਤ ਬੜੀ ਨਹੀਂ, ਬਿਲਕੁਲ ਨਹੀਂ। ਜਿੱਦੇ ਖੋਲਣਾ ਹੋਇਆ ਅਸੀਂ ਕਹਾਂਗੇ ਵੀ ਹੁਣ ਇਹਨੂੰ ਖੋਲਦੇ ਨੂੰ ਹੀ ਅਸੀਂ ਖੋਲਾਂਗੇ। ਬੂਟਾ ਜੀ, ਆਖਰੀ ਸਵਾਲ ਲੈ ਲਿਓ। ਆਖਰੀ ਸਵਾਲ ਦੀ ਹਿੰਦੂ ਦੇ ਵਿੱਚ ਸਟੇਟਮੈਂਟ ਲੱਗੀ ਹੋਈ ਆ ਡਾਕਟਰ ਦਰਸ਼ਨਪਾਲ ਦੇ ਹਵਾਲੇ ਤੋਂ ਕੋਟ ਕੀਤਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਥੋੜਾ ਜਿਹਾ ਨਰਮੀ ਨਾਲ ਵੀ ਸੋਚ ਸਕਦੇ ਹਾਂ। ਸੰਭਾਵਨਾ ਕੀ ਦੇਖਦੇ ਹੋ ਕਿ ਕਦੋਂ ਮੀਟਿੰਗ ਹੋ ਸਕਦੀ ਆ ਨਰਮ ਰੂਪ? MSP ਨੂੰ ਲੈ ਕੇ ਵੀ ਉੱਥੇ ਕਿਹਾ ਗਿਆ ਕਿ ਵਿਚਾਰ ਹੋ ਸਪਸ਼ਟ ਰੂਪ ਚ ਕਹੀ ਸੀ ਕਿ ਜਿਵੇਂ ਉਹਨਾਂ ਦੇ ਖਿਲਾਫ ਸੰਯੁਕਤ ਮੋਰਚੇ ਦਾ, ਸੁਣੋ ਮੇਰੀ ਗੱਲ, ਸੰਯੁਕਤ ਮੋਰਚੇ ਦਾ ਦ੍ਰਿੜ ਫੈਸਲਾ ਹੈ 3 ਕਾਨੂੰਨ ਰੱਦ ਕਰਾਉਣੇ, MSP ਵਾਲਾ ਕਾਨੂੰਨ ਨਵਾਂ ਬਣਵਾਉਣਾ। ਇਦੋਂ ਪਿੱਛੇ ਹਟਣਾ ਸੰਯੁਕਤ ਮੋਰਚੇ ਦਾ ਕੋਈ ਮਾਮਲਾ ਨਹੀਂ ਹੈ। ਇਹ ਜਿਵੇਂ ਤੁਸੀਂ ਸੁਣ ਲਿਆ, ਉਹ ਅਸੀਂ ਵੀ ਸੁਣ ਲਿਆ। ਅਗਲੀ ਅਸੀਂ ਮੀਟਿੰਗ ਦੇ ਵਿੱਚ ਸਪਸ਼ਟੀਕਰਨ ਲਵਾਂਗੇ ਕਿ